कर करो जी। ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਐਪੀ ਸੱਚ ਨਾਨਕ ਹੋਸੀ ਵੀ ਸੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ वाहिगुरु जी का खालसा वाहिगुरु जी की फतेह जी। फतेह जी। थोड़ी संगत अजे आई है, शुरू करने तो पहला 2 मिनट जो होर रुक जाने। कल 24 तरीक पूर्णमाशी से मेरा हाले कुछ लोगों ने ओदा लाभ उठाया होगा, तो बाद विच असीं डिस्कस करांगे कि ਜਿਹੜੇ ਜਿਨ੍ਹਾਂ ਨੇ ਲਾਭ ਉਠਾਇਆ ਉਹਨਾਂ ਨੂੰ ਕਿਸ ਤਰ੍ਹਾਂ ਦਾ ਫੀਲਿੰਗ ਜਿਹੜਾ ਹੋਇਆ, ਕਿਸ ਤਰ੍ਹਾਂ ਦਾ ਭਾਵ ਹੋਇਆ, ਤੇ ਅੱਗੋਂ ਅਸੀਂ ਉਹਦੇ ਤੋਂ ਕਿਸ ਤਰ੍ਹਾਂ ਲਾਭ ਲੈ ਸਕਦੇ ਹਾਂ। सो टाइम तो काफी हो गया, मेरा ख्याल है शुरू करने हैं, क्योंकि फिर लेट हो जाता है बाद विच। सो पिछली बार दा टॉपिक भी बड़ा इंपॉर्टेंट सी, मेरे ख्याल है तुसां घर जाके सब ने उत्ते रिफ्लेक्ट किया होगा। ਉਹਦੇ बड़ी ज्यादा विजुअलाइजेशन सी, ਉਹਦੇ ਵਿੱਚ परमात्मा ਦੀ अनंतता ਦਾ ਵਰਣਨ ਕੀਤਾ ਗਿਆ। ਜੋ ਬ੍ਰਹਮੰਡੇ ਸੋਈ ਪਿੰਡੇ ਉਹਦਾ ਗਿਆਨ ਸੀ, ਉਹ ਸਾਡੇ ਜੀਵਨ ਦੇ ਨਾਲ ਬੜਾ ਬਹੁਤ ਗਹਿਰਾ ਸੰਬੰਧ ਰੱਖਦਾ ਹੈ। ਔਰ ਜੇ ਅਸੀਂ ਇਹਨਾਂ ਚੀਜ਼ਾਂ ਨੂੰ ਗਹਿਰਾਈ ਨਾਲ ਵਿਚਾਰ ਕਰੀਏ ਤੇ ਉਹ ਸਾਡੇ ਜੀਵਨ ਦਾ ਹਿੱਸਾ ਬਣਦਿਆਂ ਸਾਡੇ ਜੀਵਨ ਨੂੰ ਇੰਨਾ ਸੁਖਾਲਾ ਬਣਾ ਦਿੰਦੇ ਨੇ, ਇੰਨਾ ਹਲਕਾ ਬਣਾ ਦਿੰਦੇ ਨੇ ਕਿ ਜੀਵਨ ਜੀਣ ਦਾ ਆਨੰਦ ਕੁਝ ਹੋਰ ਹੀ ਹੋ ਜਾਂਦਾ। ਸੋ ਸਿਮਿਲਰਲੀ ਪਿਛਲੀ ਵਾਰ ਦਾ ਜਿਹੜਾ ਸੀ ਉਹ ਤੁਸੀਂ ਦੇਖ ਲਿਆ ਹੋਣਾ। ਰਿਕਾਰਡਿੰਗ ਤੇ ਹੁੰਦੀ ਹੈ, ਨਾ ਵੀ ਜੇ ਉਸ ਵੇਲੇ ਬਹੁਤ ਧਿਆਨ ਹੋਵੇ ਤੇ ਤੁਸੀਂ ਸਾਰੇ ਰਿਕਾਰਡਿੰਗ ਤੇ ਸੁਣਦੇ ਹੀ ਹੋਵੋਗੇ। ਕਈ ਲੈਕਚਰ ਬੜੇ ਇੰਪੋਰਟੈਂਟ ਹੁੰਦੇ ਨੇ, ਕਈ ਲੈਕਚਰ ਜਿਹੜੇ ਨੇ ਉਹ ਤੁਹਾਨੂੰ ਪਹਿਲਾਂ ਹੀ ਉਹਦੀ ਕੋਈ ਸਮਝ ਹੁੰਦੀ ਹੈ ਤੇ ਉਹਦੀ ਸਮਝ ਉੱਥੇ ਗਹਿਰੀ ਹੋ ਜਾਂਦੀ ਹੈ। ਸੋ ਅੱਜ ਦਾ ਵੀ ਜਿਹੜਾ ਟੌਪਿਕ ਹੈ ਵੈਸੇ ਆਸਾਨ ਹੈ ਬੋਲਣ ਨੂੰ, ਪਰ ਉਹਦਾ ਜਿਹੜਾ ਮੀਨਿੰਗ ਹੈ ਉਹ ਬੜਾ ਗਹਿਰਾ ਹੈ। ਕਿਉਂਕਿ ਜਿੰਨਾ ਚਿਰ ਅਸੀਂ ਜਿੰਨਾ ਮਰਜ਼ੀ ਪੜ੍ਹਦੇ ਜਾਈਏ, ਸੁਣਦੇ ਜਾਈਏ, ਜਿੰਨਾ ਚਿਰ ਉਹ ਸਾਡੇ ਅਨੁਭਵ ਵਿੱਚ ਨਹੀਂ ਆਉਂਦਾ ਉਹਨਾਂ ਚਿਰ ਉਹ ਮੇਰਾ ਨਹੀਂ ਬਣਦਾ, ਉਹ ਉੱਤੇ ਉੱਤੇ ਹੁੰਦਾ। ਪਹਿਲਾਂ ਭਾਵ ਬਣੇਗਾ ਫਿਰ ਅਨੁਭਵ ਹੋਵੇਗਾ। ਭਾਵ ਤਾਂ ਹੀ ਬਣੇਗਾ ਜੇ ਸਾਡੀ ਰਿਫਲੈਕਸ਼ਨ ਹੋਏਗਾ, ਜੇ ਸਾਡੀ ਵਿਜ਼ੂਅਲਾਈਜੇਸ਼ਨ ਹੋਏਗੀ, ਸਾਡਾ ਇਮੈਜੀਨੇਸ਼ਨ ਹੋਏਗਾ। ਉਹ ਫਿਰ ਜਿਹੜਾ ਵਿਜ਼ੂਅਲਾਈਜੇਸ਼ਨ ਹੈ ਨਾ ਉਹ ਬੜੀ ਸਟਰੋਂਗ ਹੁੰਦੀ ਜਾਂਦੀ ਹੈ, ਉਹ ਫਿਰ ਕਦੀ ਭੁੱਲਦੀ ਨਹੀਂ, ਉਹ ਬਾਰ-ਬਾਰ ਯਾਦ ਆਉਂਦੀ ਹੈ ਔਰ ਫਿਰ ਤੁਸੀਂ ਉਹਦੇ ਵਿੱਚ ਰਹਿੰਦਿਆਂ ਤੁਸੀਂ ਉਹਦਾ ਹਿੱਸਾ ਹੋ ਜਾਂਦੇ। ਸੋ ਅੱਜ ਦਾ ਸਾਡਾ ਟੌਪਿਕ ਹੈ, ਜਿਸ ਤਰ੍ਹਾਂ ਮੈਂ ਲਿਖਿਆ ਸੀ, ਗਿਆਨ, ਨੌਲੇਜ। ਗਿਆਨ ਸਾਨੂੰ ਸਭ ਨੂੰ ਪਤਾ ਕੀ ਹੁੰਦਾ। ਗਿਆਨ ਸੰਸਾਰ ਵਿੱਚ ਜਿੰਨੀਆਂ ਵੀ ਚੀਜ਼ਾਂ ਨੇ ਉਹਦਾ ਗਿਆਨ ਹੈ। ਸੰਸਾਰਿਕ ਚੀਜ਼ਾਂ ਦਾ ਗਿਆਨ ਤੇ ਸਾਨੂੰ ਬਹੁਤ ਅੱਛੀ ਤਰ੍ਹਾਂ ਹੁੰਦਾ। ਜਿਉਂ ਹੀ ਬੱਚਾ ਪੈਦਾ ਹੁੰਦਾ ਤਾਂ ਆਪਣੇ ਦੁਆਲੇ ਦੇਖਦਾ ਜੋ ਹੋ ਰਿਹਾ ਉਹ ਆਟੋਮੈਟਿਕਲੀ ਉਹਦੇ ਗਿਆਨ ਵਿੱਚ ਆਉਂਦਾ। ਅਸੀਂ ਬਾਹਰ ਨਿਕਲਦੇ ਹਾਂ, ਸੰਸਾਰ ਨੂੰ ਦੇਖਦੇ ਹਾਂ, ਮਿਲਨੇ ਹਾਂ, ਗਿਲਨੇ ਹਾਂ, ਅਸੀਂ ਉਹਨਾਂ ਕੋਲੋਂ ਬਹੁਤ ਲਰਨ ਕਰ ਰਹੇ ਹਾਂ। ਹਰ ਥਾਂ ਤੋਂ ਅਸੀਂ ਲਰਨ ਕਰ ਰਹੇ ਹਾਂ, ਸਕੂਲਾਂ ਵਿੱਚ ਕਰ ਰਹੇ ਹਾਂ,
ਆਪਣੇ ਦੋਸਤਾਂ ਨਾਲ ਕਰ ਰਹੇ ਹਾਂ, ਆਪਣੇ ਕੰਮ ਤੇ ਕਰ ਰਹੇ ਹਾਂ, ਉਹ ਗਿਆਨ ਸਾਡਾ ਪਰਿਪੱਕ ਹੋ ਜਾਂਦਾ ਹੈ। ਉਹ ਗਿਆਨ ਜਿਹੜਾ ਹੈ, ਉਸ ਗਿਆਨ ਨੂੰ ਜਿਹੜਾ ਹੈ ਉਹ ਲੋਅਰ ਗਿਆਨ ਗਿਣਿਆ ਗਿਆ, ਉਹ ਛੋਟੇ ਦਰਜੇ ਦਾ ਗਿਆਨ ਗਿਣਿਆ ਗਿਆ। ਉੱਚੇ ਦਰਜੇ ਦਾ ਗਿਆਨ ਜਿਹੜਾ ਹੈਗਾ ਹੈ ਉਹ ਆਤਮਿਕ ਗਿਆਨ ਹੈ। ਸੋ ਅੱਗੇ ਮੈਂ ਤੁਹਾਨੂੰ ਇੱਕ ਦਿਨ ਟੂ ਮੇਕ ਦਾ ਥਿੰਗਸ ਵੈਰੀ ਕਲੀਅਰ, ਇੱਕ ਦਿਨ ਅੱਗੇ ਅਸੀਂ ਡਿਸਕਸ ਕੀਤਾ ਸੀ ਕਿ ਮਨ ਜਿਹੜਾ ਹੈ ਉਹ ਦੋਹੀਂ ਪਾਸੇ ਜਾਂਦਾ ਹੈ, ਆਤਮਾ ਵੱਲ ਵੀ ਜਾਂਦਾ ਹੈ, ਸਰੀਰ ਵੱਲ ਵੀ ਜਾਂਦਾ ਹੈ। ਤਾਂ ਜੋ ਜੋ ਮਨ ਦੀ ਅਵਸਥਾ ਹੁੰਦੀ ਹੈ, ਮਨ ਉਹਦੇ ਹਿਸਾਬ ਨਾਲ ਜਾਂਦਾ ਹੈ। ਸੋ ਸਾਨੂੰ ਸਾਡੇ ਸਕੂਲਾਂ ਵਿੱਚ, ਘਰਾਂ ਵਿੱਚ ਆਤਮਿਕ ਗਿਆਨ ਦਾ ਕੋਈ ਇੰਨਾ ਜ਼ਿਆਦਾ ਸਕੋਪ ਨਹੀਂ ਹੁੰਦਾ। ਪਹਿਲੇ ਯੁੱਗਾਂ ਵਿੱਚ ਕੀ ਸੀ, ਹੁਣ ਜਿਉਂ-ਜਿਉਂ ਯੁੱਗ ਬਦਲਦੇ ਨੇ ਤੇ ਜਿਸ ਤਰ੍ਹਾਂ ਜਿਹੜੀ ਬੈਟਰੀ ਜਿਹੜੀ ਹੈ ਉਹ ਡਿਸਚਾਰਜ ਹੁੰਦੀ ਜਾਂਦੀ ਹੈ, ਉਸ ਤਰ੍ਹਾਂ ਹੀ ਕੌਨਸ਼ੀਅਸਨੈਸ ਜਿਹੜਾ ਉਹ ਵੀ ਲੋਅਰ ਹੁੰਦਾ ਜਾਂਦਾ। ਸੱਚ ਕੁਝ ਲੋਕਾਂ ਨੂੰ ਪਤਾ ਹੀ ਨਹੀਂ ਸੀ, there was no opposites, ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਪਾਪ ਪੁੰਨ ਵੀ ਹੁੰਦਾ, there was only ਪੁੰਨ। ਇਹ ਪਤਾ ਹੀ ਨਹੀਂ ਸੀ ਪਾਪ ਹੀ ਹੁੰਦਾ, ਪਾਪ ਵਰਡ ਵਾਸ ਨਾਟ देयर, ਇਟ ਵਾਸ ਓਨਲੀ ਕਿ ਜੋ ਅਸੀਂ ਕਰ ਰਹੇ ਹੈ ਠੀਕ ਕੀ ਹੈ, ਗਲਤ ਕੀ ਹੈ, ਗਲਤ ਵਰਡ ਹੀ ਨਹੀਂ ਸੀ ਹੈਗਾ। ਕਿ ਅਧਿਆਤਮ ਕੀ ਔਰ ਜੀਵਨ ਕੀ ਹੈ, ਅਧਿਆਤਮ ਹੀ ਜੀਵਨ ਸੀ। ਉਹਨਾਂ ਨੂੰ ਪਤਾ ਹੀ ਨਹੀਂ ਸੀ ਅਧਿਆਤਮ ਦੇ ਨਾਲ ਵੱਖਰਾ ਹੁੰਦਾ, ਐਂਡ देयर वाज नो such study also। ਲੋਕੀ ਜਿਹੜੇ ਸੀ ਪੂਰੀ ਸਾਤਵਿਕਤਾ ਵਿੱਚ ਰਹਿੰਦੇ ਸੀ, ਰਿਲੇਸ਼ਨ ਜਿਹੜੇ ਸੀ ਉਹ ਬੜੇ ਅੱਛੇ ਸੀ, ਕੋਈ ਸਿੱਖਣ ਦੀ ਲੋੜ ਹੀ ਨਹੀਂ ਸੀ, ਇਟ ਵਾਸ ਇਨ ਦਾ এনवायरमेंट। ਸੋ ਕਲਯੁਗ ਜਿਹੜਾ ਹੈਗਾ ਇਹ ਸਭ ਤੋਂ ਲੋਐਸਟ ਯੁੱਗ ਹੈ, ਔਰ ਇਸ ਯੁੱਗ ਵਿੱਚ ਆ ਕੇ ਜਿਹੜੀ ਚੇਤਨਤਾ ਹੈਗੀ ਹੈ ਉਹ ਬਿਲਕੁਲ ਲੋਐਸਟ ਐਪ ਤੇ ਆ ਗਈ ਹੈ। ਪਰ ਇਹਦਾ ਇੱਕ ਲਾਭ ਵੀ ਹੈ, ਲੋਕਾਂ ਹੌਲੀ ਹੌਲੀ ਐਵੋਲੂਸ਼ਨ ਹੁੰਦਾ ਹੁੰਦਾ ਮਨ ਜਿਹੜਾ ਹੈ ਉਹ ਵਿਕਸਿਤ ਤੇ ਬੜਾ ਹੋਇਆ ਨਾ। ਉਹ ਵੱਖਰੀ ਗੱਲ ਹੈ ਕਿ ਮਨ ਨੂੰ ਅਸੀਂ ਲਗਾ ਜਿਹੜਾ ਹੈ ਉਹ ਸਾਰੇ ਦੁਨੀਆ ਵਿੱਚ ਲਗਾ ਰਿਹਾ ਹੈ। ਵੈਸੇ ਉਹ ਇੰਨਾ ਇਵੋਲਵ ਹੋ ਚੁੱਕਿਆ, ਜਿੱਧਰ ਅਸੀਂ ਲਗਾਈਏ ਉਧਰ ਹੀ ਕਾਮਯਾਬ ਹੋ ਜਾਂਦਾ, ਪਰ ਉਹਦਾ ਸਕੋਪ ਜਿਹੜਾ এনवायरमेंट ਵਿੱਚ ਬਹੁਤ ਘੱਟ ਹੈ। ਵੈਸੇ ਤੇ ਕਹਿਣਾ ਕਲਯੁਗ ਮੈਂ ਨਾਮੋ ਪ੍ਰਧਾਨਾ, ਨਾਮ ਜਿਹੜਾ ਕਿ ਮਤਲਬ ਸਾਡੇ ਗੁਰੂਆਂ ਨੇ ਜਿੰਨਾ ਕਲੀਅਰ ਸਾਡਾ ਰਸਤਾ ਕਰ ਦਿੱਤਾ, ਉਹਦੇ 'ਚ ਕੋਈ ਮੁਸ਼ਕਿਲ ਹੀ ਨਹੀਂ ਰਹੀ। ਅਸੀਂ ਪੜ੍ਹਨਾ, ਸਮਝਣਾ, ਜ਼ਿੰਦਗੀ ਨੂੰ ਲਾਗੂ ਕਰਨਾ, ਕੋਈ ਰਿਚੁਅਲ ਨਹੀਂ, ਕੋਈ ਮੁਸ਼ਕਿਲ ਖਰਚੇ ਵਾਲੇ ਹਵਨ ਨਹੀਂ, ਕੁਛ ਨਹੀਂ। ਸੋ ਨਾਮ ਜਿਹੜਾ ਉਹ ਤੇ ਠੀਕ ਹੈ, ਪਰ ਨਾਮ ਨੂੰ ਸਮਝਣਾ ਜਿੰਨੀ ਗਹਿਰਾਈ ਨਾਲ ਸਮਝਾਂਗੇ ਉਨਾ ਹੀ ਨਾਮ ਸਾਡੇ ਅੰਦਰ ਜਾਏਗਾ। ਕਿਉਂਕਿ ਜਿੰਨਾ ਜ਼ਿਆਦਾ ਇਸ ਵੇਲੇ ਨੈਗੇਟਿਵ এনवायरमेंट ਸੰਸਾਰ ਦੇ ਵਿੱਚ ਹੋ ਰਿਹਾ ਹੈ, ਉਹਦਾ ਅਸਰ ਤੇ ਬਹੁਤ ਜ਼ਿਆਦਾ ਫੈਲ ਗਿਆ। ਸੋ ਇਹੋ ਜਿਹੇ ਵਕਤ ਵਿੱਚ ਫਿਰ ਮਿਹਨਤ ਜਿਹੜੀ ਉਹ ਜ਼ਿਆਦਾ ਕਰਨੀ ਪੈਂਦੀ, ਪਰ ਸਕੋਪ ਵੀ ਜ਼ਿਆਦਾ ਹੁੰਦਾ। ਸੋ ਜਿਹੜਾ ਅਧਿਆਤਮਿਕ ਗਿਆਨ ਹੈ, ਐਕਚੁਅਲ ਜੀਵਨ ਹੋਗਾ, ਜਿਹੜੇ ਰੂਹ ਹੈ, ਜਿਹੜੀ ਆਤਮਾ ਹੈ, ਜਿਹੜੀ ਉਹਦੀ ਖੁਰਾਕ ਹੈ, ਔਰ ਜਿਸ ਆਤਮਾ ਦੇ ਉੱਤੇ ਸਾਡਾ ਸਾਰਾ ਜੀਵਨ ਚੱਲ ਰਿਹਾ ਹੈਗਾ, ਜੇ ਉਹਨੂੰ ਖੁਰਾਕ ਨਾ ਮਿਲੇ, ਆਤਮਾ ਜਿਹੜੀ ਉਹ ਭੁੱਖੀ ਰਹਿ ਜਾਏ, ਅਸੀਂ ਸੋਚ ਸਕਦੇ ਹਾਂ ਸਾਡਾ ਜੀਵਨ ਜਿਹੜਾ ਹੈ ਉਹ ਕਿੰਨਾ ਖੋਖਲਾ, ਕਿੰਨਾ ਇਗਨੋਰੈਂਟ ਹੋਏਗਾ। ਸੋ ਇਸ ਵੇਲੇ ਸਪੈਸ਼ਲ ਐਫਰਟਸ ਜਿਹੜੀਆਂ ਨੇ ਉਹ ਇਸ ਕਰਕੇ ਕੀਤੀਆਂ ਜਾ ਰਹੀਆਂ ਨੇ ਕਿ এনवायरमेंट ਦੇ ਵਿੱਚ ਉਹ ਚੀਜ਼ ਨਹੀਂ, ਉਹ ਸਪੈਸ਼ਲ ਸਾਨੂੰ ਸਿੱਖਣੀ ਪੈਂਦੀ ਹੈ। ਪਰ ਇਹ ਜ਼ਰੂਰ ਹੈ, ਜੇ ਅਸੀਂ ਸਿੱਖਣਾ ਚਾਹੀਏ ਤੇ ਉਹਦੀ ਸਮਝ ਵੀ ਬੜੀ ਛੇਤੀ ਆ ਜਾਂਦੀ। ਸੋ ਅੱਜ ਦਾ ਜਿਹੜਾ ਟੌਪਿਕ ਹੈ ਇਹ ਸਾਰਾ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹੀ ਗੁਰਬਾਣੀ ਦੀਆਂ ਤੁਕਾਂ ਲੈ ਕੇ ਉਹਦੀ ਵਿਆਖਿਆ, ਹੋਰ ਮਤਲਬ ਉਹਦੇ ਵਿੱਚ ਹੋਰ ਕੋਈ ਖਾਸ ਮੁਸ਼ਕਿਲ ਗੱਲ ਨਹੀਂ ਹੈਗੀ। ਬਟ ਇਹਦੇ ਵਿੱਚ ਹਲਕਾ ਹੁੰਦਿਆਂ ਹੋਇਆਂ ਵੀ ਜਿਹੜੇ ਗਹਿਰੇ ਮੀਨਿੰਗ ਨੇ ਉਹ ਅਸੀਂ ਜਿਹੜੇ ਨੇ ਉਹਨਾਂ ਨੂੰ ਸਮਝਣਾ। ਸੋ ਗਿਆਨ एक्चुअली देखा जाए गुरबाणी सारी ज्ञान है, लेकिन की है कि जिन्ना चिर मन नूं असीं कोई चीज बड़ी क्लैरिटी नाल ना दईए,
ਜਿਸ ਤਰ੍ਹਾਂ ਅਸੀਂ ਬੱਚੇ ਨੂੰ ਕੋਈ ਚੀਜ਼ ਜਿੰਨਾ ਚਿਰ ਦਿਖਾਈਏ ਨਾ ਉਹਨੂੰ ਸਮਝ ਨਹੀਂ ਆਉਂਦੀ ਹੈਗੀ। ਸਿਮਿਲਰਲੀ ਮਨ ਨੂੰ ਜਿੰਨਾ ਚਿਰ ਅਸੀਂ ਕੋਈ ਬੜੀ ਕਲੀਅਰ ਕੱਟ ਐਗਜ਼ਾਮਪਲ ਨਾ ਦੇਈਏ, ਮਨ ਸਮਝਦਾ ਨਹੀਂ। ਸੋ ਭਾਵੇਂ ਅਸੀਂ ਗੁਰਬਾਣੀ ਪੜ੍ਹਨੇ ਆ, ਸਮਝਨੇ ਆ, ਪਰ ਉਹ ਜਿਹੜੀਆਂ ਖਾਸ ਤੁਕਾਂ ਜਿਹੜੀਆਂ ਕਿ ਸਾਡੇ ਮਨ ਦੇ ਵਾਸਤੇ, ਉਹਦੀ ਟ੍ਰੇਨਿੰਗ ਵਾਸਤੇ, ਉਹਦੇ ਜਾਣਨ ਵਾਸਤੇ ਜ਼ਰੂਰੀ ਨੇ, ਉਹਨਾਂ ਨੂੰ ਜੇ ਲਿਆ ਜਾਵੇ ਤੇ ਮਨ ਤੇ ਡਾਇਰੈਕਟ ਅਸਰ ਹੁੰਦਾ। ਮਨ ਤਿਆਰ ਹੋ ਜਾਂਦਾ ਫਾਲੋ ਕਰਨ ਵਾਸਤੇ ਜਦੋਂ, ਕਿਉਂਕਿ ਉਹਦੀ ਸਮਝ ਵੱਧ ਗਈ, ਉਹ ਸੂਖਸ਼ਮ ਹੋ ਗਿਆ। ਮਨ ਔਰ ਮੈਂ ਕੋਈ ਦੋ ਨਹੀਂ, ਮੈਂ ਮਨ ਹੀ ਆ, ਕਿਉਂਕਿ ਮੇਰਾ ਸਾਰਾ ਕੰਮ ਜਿਹੜਾ ਮਨ ਦੇ ਨਾਲ ਹੋ ਰਿਹਾ। ਆਤਮਾ ਦਾ ਜਿਹੜਾ ਇੰਸਟਰੂਮੈਂਟ ਹੈ ਮਨ ਹੈ। ਆਤਮਾ ਡਾਇਰੈਕਟਲੀ ਵਰਕ ਨਹੀਂ ਕਰਦੀ, ਆਤਮਾ ਮਨ ਦੇ ਥਰੂ ਹੀ ਕਰਦੀ। ਸੋ ਜੋ ਸਾਡੇ ਮਨ ਦੀ ਅਵਸਥਾ ਹੋਏਗੀ, ਉਹਦੇ ਨਾਲ ਹੀ ਉਸ ਲੈਵਲ ਤੇ ਅਸੀਂ ਆਤਮਾ ਨੂੰ ਸਮਝਾਂਗੇ। ਸੋ ਹੁਣ ਅਸੀਂ ਮਤਲਬ ਬੜੇ ਸਾਦੇ, ਬੜੇ ਸੌਖੇ ਜਿਹੜੇ ਨੇ ਵਾਕ, ਉਹਨਾਂ ਤੋਂ ਅਸੀਂ ਗਿਆਨ ਲੈ ਰਹੇ ਹਾਂ। ਪਸ਼ੂ ਮਿਲੇ ਚੰਗਿਆਈਆਂ, ਖੜ ਖਾਵੇ ਅੰਮ੍ਰਿਤ ਦੇ, ਨਾਮ ਵਿਹੋਣੇ ਆਦਮੀ ਤ੍ਰਿਕ ਜੀਵਨ ਕਰਮ ਕਰੇ। ਅਗਲਾ ਵਾਕ ਹੈ, ਨਰੂ ਮਰੇ ਨਰ ਕਾਮ ਨਾ ਆਵੇ, ਪਸ਼ੂ ਮਰੇ 10 ਕਾਜ ਸਵਾਰੇ। ਇਹਦੇ ਵਿੱਚ ਕਹਿਣ ਨੂੰ ਤੇ ਇਹ ਵਾਕ ਜਿਹੜਾ ਬੜਾ ਸਿੱਧਾ ਲੱਗਦਾ, ਪਰ ਬੰਦੇ ਦੇ ਹੰਕਾਰ ਤੇ ਬੜੀ ਵੱਡੀ ਚੋਟ ਮਾਰੀ ਕਿ ਤੈਨੂੰ ਤੇ ਮੈਂ ਇੰਨੀ ਕਰਾਊਨ ਬਣਾਇਆ ਸਪੈਸ਼ੀਜ਼ ਦਾ, ਤੈਨੂੰ ਸਾਰੀ ਅਕਲ ਦਿੱਤੀ ਹੈ, ਸਾਨੂੰ ਸਾਰੀ ਫੈਸਿਲਿਟੀ ਦਿੱਤੀ ਹੈ, ਚੰਗੇ ਤੋਂ ਚੰਗਾ ਖਾਣ ਨੂੰ, ਰਹਿਣ ਨੂੰ, ਪਹਿਨਣ ਨੂੰ, ਇੱਕ ਉੱਚਾ ਸੁੱਚਾ ਮਨ ਦਿੱਤਾ ਸੋਚਣ ਨੂੰ। ਪਰ ਜੇ ਤੇਰੇ ਕਰਮ ਦੇਖੇ ਜਾਣ ਤੇ ਉਹ ਪਸ਼ੂ ਦੇ ਮੁਕਾਬਲੇ ਤੇ ਤੇਰੇ ਕਰਮ ਤੇ ਜਿਹੜੇ ਨੇ ਛੋਟੇ ਹੋ ਜਾਂਦੇ ਨੇ। ਹੁਣ ਜਿਹੜਾ ਪਸ਼ੂ ਹੈ ਉਹਨੂੰ ਅਸੀਂ ਕੀ ਖੁਰਾਕ ਦਿੰਦੇ ਹਾਂ? ਬੜੀ ਰਫ ਟਫ ਖੁਰਾਕ ਦਿੰਦੇ ਹੈਗੇ। ਉਹ ਖੁਰਾਕ ਖਾ ਕੇ ਉਹ ਸ਼ੁਕਰਾਨਾ ਕਰਦਾ, ਔਰ ਉਹਦੇ ਇਵਜ਼ ਵਿੱਚ ਤੁਹਾਨੂੰ ਕੀ ਦਿੰਦਾ? ਅੰਮ੍ਰਿਤ ਵਰਗਾ ਦੁੱਧ ਦਿੰਦਾ। ਦੁੱਧ ਜਿਹੜਾ ਹੈ ਉਹ ਜਿੰਨੀਆਂ ਵੀ ਸਾਡੀ ਫੂਡ ਹੈ ਉਹਦੇ ਵਿੱਚੋਂ ਉਹਨੂੰ ਰਿਚੈਸਟ ਗਿਣਿਆ ਗਿਆ, ਹਾਈਐਸਟ ਗਿਣਿਆ ਗਿਆ, ਪਿਓਰ ਵੀ ਹੈ, એનર્ਜੈਟਿਕ ਵੀ ਹੈ, ਐਵਰੀਥਿੰਗ। ਦੂਸਰਾ ਹੈ ਕਿ ਪਸ਼ੂ ਜਦੋਂ ਮਾਰੀ ਜਾਵੇ, ਨਰੂ ਮਰੇ ਕਾਮ ਨਾ ਆਵੇ, ਪਸ਼ੂ ਮਰੇ 10 ਕੰਮ ਸਵਾਰੇ। ਸੋ ਜਦੋਂ ਪਸ਼ੂ ਮਰ ਵੀ ਜਾਂਦਾ, ਆਦਮੀ ਮਰ ਜਾਂਦਾ, ਤੇ ਹੁਣ ਤਾਂ ਖੈਰ ਥੋੜਾ ਜਿਹਾ ਹੋ ਗਿਆ ਹੈ ਕਿ ਹੁਣ ਤੇ ਬੋਡੀ ਦੇ ਦਿੰਦੇ ਨੇ, ਔਰ ਉਹਦੇ ਵਿੱਚੋਂ ਕਈ ਆਰਗਨ ਜਿਹੜੇ ਉਹਨਾਂ ਨੂੰ ਯੂਜ਼ ਕਰਨੇ ਹੁੰਦੇ ਨੇ ਕਰ ਲੈਂਦੇ ਨੇ, ਬਾਕੀ ਉਹਦੇ ਤੇ ਐਕਸਪੈਰੀਮੈਂਟ ਕਰਦੇ। ਪਰ ਪਹਿਲਾਂ ਕੀ ਹੁੰਦਾ ਸੀ ਕਿ ਬਿਲਕੁਲ ਕ੍ਰੀਮੇਸ਼ਨ ਕਰਦੇ ਨੇ, ਤੇ ਉਹਦੇ ਵਿੱਚ ਕੋਈ ਮਤਲਬ, ਹੁਣ ਵੀ ਸਾਰੇ ਤੇ ਨਹੀਂ ਦਿੰਦੇ, ਕੁਝ ਲੋਕੀ ਦੇ ਦਿੰਦੇ ਹੈਗੇ ਨੇ ਯੂਜ਼ ਵਾਸਤੇ। ਸੋ ਹੁਣ ਜੇ ਆਦਮੀ ਮਰ ਗਿਆ ਉਹਦਾ ਤਾਂ ਖਾਸ ਯੂਜ਼ ਨਹੀਂ ਹੁੰਦਾ, ਲੇਕਿਨ ਜੇ ਪਸ਼ੂ ਮਰ ਜਾਂਦਾ, ਤੁਸੀਂ ਦੇਖੋ ਮੇਰੇ ਰਵਿਦਾਸ ਜੀ ਦਾ ਤੇ ਪ੍ਰੋਫੈਸ਼ਨ ਹੀ ਜਿਹੜਾ ਸੀ ਉਹ ਆਪਣਾ ਚਮਾਰਦਾ ਸੀ, ਜੁੱਤੀਆਂ ਬਣਾਉਂਦਾ ਸੀ। ਉਹ ਆਪ ਜਿਹੜਾ ਹੈ ਪਸ਼ੂ ਨੂੰ, ਪਸ਼ੂ ਦੇ ਉੱਤੋਂ ਉਹ ਮਾਸ ਲਾਉਂਦੇ ਸੀ, ਉਹਨੂੰ ਛਿਲਦੇ ਸੀ, ਉਹਨੂੰ ਸਾਫ਼ ਕਰਕੇ ਫਿਰ ਉਹਦੀਆਂ ਜੁੱਤੀਆਂ ਬਣਾਉਂਦੇ ਸੀ। ਚਮੜਾ ਜਿਹੜਾ ਉਹਦੀ ਬੜੀ ਵੈਲਿਊ ਹੈ। ਸਾਡੇ ਸਾਰੇ ਜੁੱਤੇ ਜਿਹੜੇ ਨੇ ਚਮੜੇ ਤੋਂ ਬਣਦੇ ਨੇ, ਬੈਗ ਚਮੜੇ ਤੋਂ ਬਣਦੇ ਨੇ, ਬਹੁਤ ਵੱਡੀਆਂ ਚੀਜ਼ਾਂ ਚਮੜੇ ਤੋਂ ਬਣਦੀਆਂ। ਸੋ ਇਹਦਾ ਮਤਲਬ ਹੈ ਪਸ਼ੂ ਦਾ ਜਿਹੜਾ ਸਕਿਨ ਹੈ ਉਹ ਵੀ ਕੰਮ ਆਉਂਦਾ। ਅੱਛਾ, ਪਸ਼ੂ ਦਾ ਜਿਹੜਾ ਗੋਬਰ ਹੈ ਉਹ ਵੀ ਕੰਮ ਆਉਂਦਾ। ਪਹਿਲਾਂ ਤੇ ਲੋਕੀ ਜਦੋਂ ਲੱਕੜੀਆਂ ਤੇ ਗੋਬਰ ਜਲਾਉਂਦੇ ਸੀ, ਉਦੋਂ ਗੋਬਰ ਦਾ ਬੜਾ ਯੂਜ਼ ਹੁੰਦਾ ਸੀ, ਉਹਨੂੰ ਸੁਕਾ ਕੇ ਤੇ ਉਦੋਂ ਯੂਜ਼ ਕੀਤਾ ਜਾਂਦਾ ਸੀ ਫਿਊਲ ਵਾਸਤੇ। ਗੋਬਰ ਤੋਂ ਗੈਸ ਵੀ ਬਣਦੀ ਹੈ, ਗੋਬਰ ਗੈਸ ਵੀ ਬਣਦੀ ਹੈ। ਸੋ ਮਤਲਬ ਇੱਥੇ ਦਿਖਾਇਆ ਹੈ ਕਿ ਇਨਸਾਨ ਜਿਹਨੂੰ ਕਿ ਇੰਨੀਆਂ ਫੈਸਿਲਿਟੀਜ਼ ਮਿਲੀਆਂ ਨੇ, ਇੰਨੀ ਸੋਹਣੀ ਉਹਨੂੰ ਖੂਬਸੂਰਤ ਦੇਹ ਮਿਲੀ ਹੈਗੀ ਹੈ, ਪਰ ਇੰਨਾ ਉੱਚਾ ਦਿਮਾਗ ਮਿਲਿਆ ਹੈਗਾ ਵੇ। ਇਹ ਇਨਸਾਨ ਨੂੰ ਇੱਕ ਯਾਦ ਕਰਾਇਆ ਗਿਆ ਹੈ ਕਿ ਤੂੰ ਦੇਖ ਤੂੰ ਕਰ ਕੀ ਰਿਹਾ। ਉਹਦੇ ਨਾਲ ਇੱਕ ਬੜੀ ਚੋਟ ਵੱਜਦੀ ਹੈ ਮਨ ਨੂੰ ਕਿ ਬਈ ਤੂੰ ਕਰ ਕੀ ਰਿਹਾ ਹੈ। ਫਿਰ ਇਨਸਾਨ ਸੋਚਣ ਤੇ ਮਜਬੂਰ ਹੋ ਜਾਂਦਾ ਹੈ ਕਿ ਸੱਚਮੁੱਚ
ਮੈਨੂੰ ਇਹ ਜੂਨ ਜਿਹੜੀ ਮਿਲੀ ਹੈ ਕਾਹਦੇ ਵਾਸਤੇ ਮਿਲੀ ਹੈ। ਫਿਰ ਉਹ ਸੋਚ ਜਿਹੜੀ ਹੈ ਉਹ ਅੰਦਰ ਇੰਨੀ ਗਹਿਰੀ ਹੁੰਦੀ ਜਾਂਦੀ ਹੈ ਕਿ ਮਨ ਆਟੋਮੈਟਿਕਲੀ ਦੂਸਰੇ ਪਾਸੇ ਮੁੜ ਜਾਂਦਾ। ਅਗਲੀ ਤੁਕ ਵੇ, करतूत पशु की मानस जात लोग विचारा करे दिन रात। ज्ञान भी होना कद खत लूजे। सो ये फिर वही है कि भाई इंसान नू इन्नी जेड़ी उच्ची जून दिती है जिदे विच कुछ भी कर सकता है। एंड जून ते ओहदे इंसान दी है, लेकिन वो काम केड़े कर रहा पशु वाले, ਜਿਹੜੇ ਪਸ਼ੂ ਦੇ ਲੋਅਰ ਕੰਮ ਨੇ ਉਹ ਕਰ ਰਿਹਾ ਹੈਗਾ ਕਿ ਖਾ ਰਿਹਾ, ਉਹਦੇ ਨਾਲ ਹੀ ਜੀ ਰਿਹਾ। ਪਸ਼ੂ ਖਾਂਦਾ ਸੋ ਪਸ਼ੂ ਤੇ ਅੰਮ੍ਰਿਤ ਦਿੰਦਾ, ਪਰ ਇਨਸਾਨ ਜੇ ਸਿਰਫ ਖਾ ਕੇ ਰਹਿ ਕੇ ਜੀ ਆਪਣਾ ਕਮਾ ਕੇ ਸਿਰਫ ਇੰਨਾ ਹੀ ਕੰਮ ਕਰਦਾ ਹੈ, ਇਹਦਾ ਮਤਲਬ ਹੈ ਉਹ ਤੇ ਪਸ਼ੂ ਨਾਲ ਛੋਟਾ ਹੋ ਜਾਂਦਾ ਫਿਰ। ਸੋ ਇਸ ਕਰਕੇ ਇੱਥੇ ਵੀ ਫਿਰ ਇਹ ਕਿਹਾ ਹੈ, ਇਨਸਾਨ ਨੂੰ ਫਿਰ ਚੋਟ ਮਾਰੀ ਗਈ ਕਿ ਤੈਨੂੰ ਤੇ ਇਹ ਬੜੀ ਅੱਛੀ ਜੂਨ ਮਿਲੀ ਹੈ, ਤੂੰ ਮਤਲਬ ਪਸ਼ੂ ਦੀ ਕਰਤੂਤ ਕਰਨਾ ਹੈ ਔਰ ਲੋਕਾਂ ਨੂੰ ਤੂੰ ਝੂਠੇ ਤਰੀਕੇ ਨਾਲ ਖੁਸ਼ ਕਰਦਾ, ਮਤਲਬ ਕਿ ਤੂੰ ਗਲਤ ਤਰੀਕਿਆਂ ਦੇ ਨਾਲ ਜੀਵਨ ਜੀ ਰਿਹਾ ਹੈਗਾ ਮੈਂ, ਔਰ ਇੱਕ ਜਿਹੜਾ ਇਨਸਾਨੀ ਜੀਵਨ ਹੈ ਉਹ ਛੱਡ ਕੇ ਤੂੰ ਇੱਕ ਪਸ਼ੂ ਦਾ ਜੀਵਨ ਜੀ ਰਿਹਾ ਹੈਗਾ। ਗਿਆਨ ਵੀ ਹੋਣਾ ਕਥ ਕਥ ਲੂਜੇ, ਗਿਆਨ ਵੀ ਹੋਣੀ ਭਵੇ ਸਬਾਈ। ਹੁਣ ਗਿਆਨ ਵੀ ਹੋਣਾ ਦਾ ਮਤਲਬ ਜਿਹੜਾ ਹੈ ਸਿੰਪਲੀ ਇਹ ਨਹੀਂ ਕਿ ਸਾਨੂੰ ਮਤਲਬ ਪਤਾ ਨਹੀਂ, ਸਾਨੂੰ ਤਾਂ ਦੁਨੀਆ ਦਾ ਬਹੁਤ ਪਤਾ ਹੈ, ਡਾਕਟਰ ਨੇ, ਇੰਜੀਨੀਅਰ ਨੇ ਐਂਡ ਸਾਇੰਟਿਸਟ ਨੇ, ਮਤਲਬ ਬਹੁਤ ਨੌਲੇਜ ਬਹੁਤ ਹੈਗਾ ਹੈ, ਲੇਕਿਨ ਕਿਹੜਾ ਗਿਆਨ ਨੇ? ਜੀਣ ਦਾ ਗਿਆਨ, ਜੀਣਾ ਕਿਸ ਤਰ੍ਹਾਂ ਉਹ ਗਿਆਨ ਨੇ। ਅਸੀਂ ਉਸ ਗਿਆਨ ਨੂੰ ਹੀ ਸਭ ਕੁਝ ਕੰਪਲੀਟ ਸਮਝ ਲੈਂਦੇ ਹਾਂ ਕਿ ਜੇ ਅਸੀਂ ਅੱਛੀ ਤਰ੍ਹਾਂ ਰਹਿ ਰਹੇ ਹਾਂ, ਕਮਾ ਰਹੇ ਹਾਂ, ਸਾਡੇ ਬੱਚੇ ਠੀਕ ਨੇ, ਸਭ ਕੁਝ ਠੀਕ ਹੈ, ਅਸੀਂ ਉਹਨੂੰ ਇੱਕ ਕੰਪਲੀਟ ਲਾਈਫ ਸਮਝਦੇ ਹੈਗੇ। ਲੇਕਿਨ ਅਧਿਆਤਮ ਦੀ ਦੁਨੀਆ ਦੇ ਵਿੱਚ ਉਸ ਜੀਵਨ ਨੂੰ ਇੱਕ ਪਸ਼ੂ ਜੀਵਨ ਤੋਂ ਉੱਚਾ ਨਹੀਂ ਗਿਣਿਆ ਗਿਆ, ਕਿਉਂਕਿ ਪਸ਼ੂ ਵੀ ਇਹ ਕੰਮ ਕਰਦਾ ਹੈ, ਪਸ਼ੂ ਵੀ ਆਂਦਾ ਹੈ, ਜਿੰਦਾ ਹੈ, ਖਾਂਦਾ ਚਲਾ ਜਾਂਦਾ, ਤੇ ਜੇ ਇਨਸਾਨ ਉਸ ਉੱਤੇ ਉੱਠਿਆ ਹੀ ਨਹੀਂ ਤੇ ਉਹ ਜਿਹੜਾ ਹੈ ਉਹਨੂੰ ਪਸ਼ੂ ਦੇ ਬਰਾਬਰ ਕਰ। ਪਰ ਉਹ ਕਹਿੰਦੇ ਨੇ ਕਿ ਗਿਆਨ ਬੜਾ ਜ਼ਰੂਰੀ। ਕਾਹਦਾ ਗਿਆਨ ਜ਼ਰੂਰੀ ਹੈ? ਗਿਆਨ ਇਹ ਕਿ ਤੂੰ ਪਸ਼ੂ ਤੋਂ ਬਹੁਤ ਉੱਚਾ ਹੈ, ਤੇਰਾ ਜੀਵਨ ਬਹੁਤ ਉੱਚਾ, ਤੈਨੂੰ ਤਾਂ ਮੈਂ ਆਪਣੇ ਰੂਪ ਵਿੱਚ ਬਣਾਇਆ। ਕਹੇ ਕਬੀਰ ਹਮ ਰਾਮ ਕੇ ਅੰਸ਼, ਜੇ ਅਸੀਂ ਉਹਦੀ ਅੰਸ਼ ਵਾਂ ਤੇ ਸਾਡੇ ਵਿੱਚ ਤਾਂ ਇੰਨੇ ਉੱਚੇ ਗੁਣ ਨੇ। ਅਸੀਂ ਇਹਦਾ ਮਤਲਬ ਗੁਣ ਦੱਬੇ ਦੇ ਦੱਬੇ ਹੀ ਰਹਿ ਜਾਂਦੇ ਨੇ। ਅਸੀਂ ਆਨੇ ਹਾਂ ਦੁਨੀਆ 'ਚ, ਗੁਣ ਦੱਬੇ ਦੇ ਦੱਬੇ ਰਹਿ ਜਾਂਦੇ, ਅਸੀਂ ਚਲੇ ਜਾਂਦੇ ਹਾਂ। ਸੋ ਉਹ ਗੁਣ ਜਿਹੜੇ ਨੇ ਉਹਨਾਂ ਨੂੰ ਜੇ ਗਿਆਨ ਕੀ ਹੈ, ਉਹ ਜਿਹੜੇ ਗੁਣ ਨੇ ਉਹਨਾਂ ਨੂੰ ਜਾਣਨਾ, ਉਹਨਾਂ ਗੁਣਾਂ ਨੂੰ ਧਾਰਨ ਕਰਨਾ, ਔਰ ਉਸ ਐਕਚੁਅਲੀ ਜਦੋਂ ਇੱਕ ਸਟਾਈਲ ਬਣ ਜਾਏ, ਇੱਕ ਆਦਤ ਪੈ ਜਾਏ ਨਾ, then we start living a spiritual life, ਇੱਕ ਅਧਿਆਤਮਿਕ ਲਾਈਫ ਜੀਣੀ ਸ਼ੁਰੂ ਹੋ ਜਾਂਦੀ ਹੈ। ਔਰ ਉਹ ਕੋਈ ਮੁਸ਼ਕਿਲ ਨਹੀਂ, ਉਹਦੇ 'ਚ ਕੋਈ ਸਪੈਸ਼ਲ ਜਿਹੜੀ ਹੈ ਐਫਰਟ ਨਹੀਂ ਕਰਨੀ ਪੈਂਦੀ। ਲਾਈਫ ਤੇ ਉਹ ਹੀ ਰਹਿੰਦੀ ਹੈ ਜਿਹੜੀ ਅਸੀਂ ਜੀ ਰਹੇ ਹਾਂ, ਪਰ ਉਹਨੂੰ ਜੀਣ ਦਾ ਤਰੀਕਾ ਜਿਹੜਾ ਉਹ ਥੋੜਾ ਫਰਕ ਹੋ ਜਾਂਦਾ। ਔਰ ਉਸ ਜੀਣ ਦੇ ਤਰੀਕੇ ਵਿੱਚ ਜੇਕਰ ਇੱਕ ਵਾਰ ਅਡਾਪਟ ਕਰ ਲਈਏ ਤੇ ਉਹਦੇ ਵਿੱਚ ਫਿਰ ਸੁੱਖ ਵੇ, ਸ਼ਾਂਤੀ ਹੈ, ਆਨੰਦ ਹੈ। ਇੱਕ ਵਾਰੀ ਜਦੋਂ ਉਹਦਾ ਟੇਸਟ ਆ ਜਾਏ ਫਿਰ ਅਸੀਂ ਉਹਨੂੰ ਨਹੀਂ ਛੱਡ ਸਕਦੇ। ਇਹ ਉਹਨਾਂ ਚਿਰ ਹੀ ਹੈ ਜਿੰਨਾ ਚਿਰ ਅਸੀਂ ਉਹਨੂੰ ਟੇਸਟ ਨਹੀਂ ਕੀਤਾ। ਜਿਸ ਤਰ੍ਹਾਂ ਕੋਈ ਜਿੰਨਾ ਚਿਰ ਅਸੀਂ ਕੋਈ ਚੀਜ਼ ਟੇਸਟ ਨਹੀਂ ਕਰਦੇ, ਸਾਨੂੰ ਉਹਦੇ ਸਵਾਦ ਦਾ ਪਤਾ ਨਹੀਂ ਲੱਗਦਾ। ਸਿਮਿਲਰਲੀ ਜਿੰਨਾ ਚਿਰ, ਪਰ ਇਹ ਵੇ ਕਿ ਇੰਨਾ ਸੌਖਾ ਵੀ ਨਹੀਂ। ਸੌਖਾ ਇਸ ਕਰਕੇ ਨਹੀਂ ਕਿ ਸਾਡੀ ਜਿਹੜੀ ਆਮ ਲਾਈਫ ਹੈ ਉਹਦੇ ਤੋਂ ਹਟ ਕੇ, ਆਮ ਲਾਈਫ ਜਦੋਂ ਅਗਰ ਇੱਕ ਵਾਰੀ ਆਮ ਲਾਈਫ ਸੁਸਾਇਟੀ ਦੀ ਉਹ ਬਣ ਜਾਵੇ ਜਿਹੜੀ ਕਿ ਅਧਿਆਤਮਿਕ ਲਾਈਫ ਹੈ, ਤਾਂ ਸਾਰੇ ਲੋਕੀ ਉਹੀ ਲਾਈਫ ਜੀਣਗੇ। ਪਰ ਕਿਉਂਕਿ ਉਹ ਜਿਹੜੀ ਸਮਾਜ ਦੇ ਵਿੱਚ ਉਹੀ ਹੈ ਜਿਹੜੀ ਹਰ ਇੰਡੀਵਿਜੂਅਲ ਦੀ ਹੈ, ਉਹ ਇੱਕ ਪੈਟਰਨ ਬਣ ਗਿਆ, ਇੱਕ ਸਟਾਈਲ ਬਣ ਗਿਆ, ਉਹਦੇ ਵਿੱਚ ਹੀ ਅਸੀਂ ਜੀ ਰਹੇ ਹਾਂ। ਔਰ ਜਦੋਂ ਅਸੀਂ ਉਸ ਤੋਂ ਥੋੜਾ ਉੱਚੇ ਉੱਠਣਾ ਪੈਂਦਾ, ਫਿਰ ਸਾਨੂੰ ਸਪੈਸ਼ਲ ਐਫਰਟ ਕਰਨੀ ਪੈਂਦੀ ਹੈ।
ਔਰ ਐਕਚੁਅਲੀ ਜੋ ਤੁਸੀਂ ਹੁਣ ਕਰ ਰਹੇ ਹੋ ਇਹ ਸਪੈਸ਼ਲ ਐਫਰਟ ਹੀ। ਇਸ ਤਰ੍ਹਾਂ ਕਰਦਿਆਂ ਸਿੱਖਦਿਆਂ ਹੀ ਅਸੀਂ ਮਤਲਬ ਉਹ ਸਭ ਕੁਝ ਸਿੱਖ ਜਾਂਦੇ ਹਾਂ ਜਿਹਦੇ ਵਾਸਤੇ ਅਸੀਂ ਆਏ ਹਾਂ, ਜੋ ਅਸੀਂ ਕਰਨਾ। ਬਟ ਰਸਤਾ ਕਿਉਂਕਿ ਥੋੜਾ ਮੁਸ਼ਕਲ ਹੈ, ਜਿਸ ਤਰ੍ਹਾਂ ਪਹਾੜੀ ਤੇ ਚੜ੍ਹਨਾ ਹੁੰਦਾ। ਇੱਕ ਤੇ ਗੁਰਬਾਣੀ ਨੂੰ ਸਮਝਣਾ, ਫਿਰ ਉਹਦੇ ਵਾਸਤੇ ਟਾਈਮ ਦੇਣਾ, ਫਿਰ ਉਸ ਤਰ੍ਹਾਂ ਦਾ ਜੀਵਨ ਜੀਣਾ ਥੋੜਾ ਜਿਹਾ ਸ਼ੁਰੂ 'ਚ ਮੁਸ਼ਕਿਲ ਲੱਗਦਾ, ਪਰ ਇੱਕ ਵਾਰੀ ਜਦੋਂ ਸ਼ੁਰੂ ਹੋ ਜਾਂਦਾ ਹੈ ਫਿਰ ਉਹ ਰੁਕਦਾ ਨਹੀਂ। ਫਿਰ ਲਾਈਫ ਜਿਹੜੀ, ਜੀਵਨ ਜਿਹੜਾ ਉਸੇ ਸਟਾਈਲ ਤੇ ਚੱਲਦਾ ਜਾਂਦਾ। ਸੋ ਜੇਕਰ ਗਿਆਨ ਨਹੀਂ ਤੇ ਕੀ ਹੈ ਕਿ ਅਧੂਰਾ ਗਿਆਨ ਜਿਹੜਾ ਅਸੀਂ ਦੂਸਰਿਆਂ ਨਾਲ ਬਹਿਸ ਕਰਾਂਗੇ, ਉਹਨਾਂ ਨਾਲ ਮਤਲਬ ਉਹਨਾਂ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕਰਾਂਗੇ ਮੈਂ ਠੀਕ ਹਾਂ। ਲੇਕਿਨ ਜਦੋਂ ਗਿਆਨ ਜਿਹਨੂੰ ਹੋ ਜਾਂਦਾ ਹੈ ਉਹ ਬਹਿਸ ਹੀ ਨਹੀਂ ਕਰਦਾ। ਤੁਸੀਂ ਦੇਖੋ ਜਿਹੜੇ ਪਹੁੰਚੇ ਹੋਏ ਲੋਕ ਨੇ, ਉਹਨਾਂ ਨਾਲ ਤੁਸੀਂ ਜੋ ਵੀ ਗੱਲ ਕਰ ਲਓ ਉਹ ਤੁਹਾਡੇ ਨਾਲ ਅੱਗੋਂ ਕੰਟਰਡਿਕਟ ਨਹੀਂ ਕਰਨਗੇ, ਚੁੱਪ ਕਰ ਜਾਣਗੇ, ਕਿਉਂਕਿ ਉਹਨਾਂ ਨੂੰ ਇੰਨਾ ਗਿਆਨ ਹੋ ਗਿਆ ਹੈ ਕਿ ਹਰ ਆਦਮੀ ਜਿਹੜਾ ਹੈ ਉਹ ਯੂਨੀਕ ਹੈ, ਉਹ ਡਿਫਰੈਂਟ ਹੈ, ਔਰ ਮੈਂ ਕਿਸੇ ਨਾਲ ਕੌਨਫਲਿਕਟ ਨਹੀਂ ਲੈਣਾ, ਕਿਉਂਕਿ ਉਹਨਾਂ ਦਾ ਲੈਵਲ ਜਿਹੜਾ ਸਮਝ ਦਾ ਬੜਾ ਉੱਚਾ ਹੋ ਗਿਆ। ਉੱਚਾ ਕਿਵੇਂ ਹੋਇਆ? ਗਿਆਨ। ਸੋ ਗਿਆਨ ਦੀ ਇੰਪੋਰਟੈਂਸ ਬੜੀ ਹੈ। ਹੌਲੀ ਹੌਲੀ ਸਿੱਖਦਿਆਂ ਅਸੀਂ ਉਹ ਬਣ ਹੀ ਜਾਂਦੇ ਹੈਗੇ। ਸੋ ਹਰ ਆਏ ਦਿਨ ਕੁਛ ਨਾ ਕੁਛ ਅਸੀਂ ਅੱਗੇ ਚੱਲ ਰਹੇ ਹਾਂ, ਕੁਛ ਨਾ ਕੁਛ ਅੱਗੇ ਚੱਲ ਰਹੇ ਹਾਂ। ਪਰ ਅੱਗੇ ਚੱਲਦਿਆਂ ਹੀ ਫਿਰ ਚੱਲਦੇ ਜਾਂਦੇ, ਫਿਰ ਇੰਟਰਸਟ ਹੋਰ ਜ਼ਿਆਦਾ ਵੱਧ ਜਾਂਦਾ। ਅੰਤਰ ਗਿਆਨ ਨਾ ਆਇਓ ਮਿਰਤਕ ਹੈ ਸੰਸਾਰ। ਸੋ ਇਹ ਦੇਖੋ ਇੱਕ ਬੜਾ ਸਟਰੋਂਗ ਸੈਂਟੈਂਸ ਹੈ ਕਿ ਮਿਰਤਕ ਹੈ ਸੰਸਾਰ। ਇਨਸਾਨ ਫਿਰ ਇੱਕਦਮ ਸਮਝਣ ਦੀ ਕੋਸ਼ਿਸ਼ ਕਰਦਾ ਕਿ ਮਿਰਤਕ ਕਿਸ ਤਰ੍ਹਾਂ, ਮੈਂ ਤੇ ਜੀਣਾ ਵਾ, ਮੈਂ ਸਭ ਕੁਝ ਕਰ ਰਿਹਾ, ਖਾ ਰਿਹਾ। ਮਤਲਬ ਇਹ ਕਿ ਜੇ ਤੁਸੀਂ ਜਿਸ ਕੰਮ ਵਾਸਤੇ ਆਏ ਹੋ ਉਹੀ ਨਹੀਂ ਕੀਤਾ ਹੈ ਤੇ ਯੂ ਆਰ ਐਜ਼ ਗੁੱਡ ਐਜ਼ ਡੈਡ। ਤੁਸੀਂ ਕਿਸ ਵਾਸਤੇ ਆਏ ਹੋ? ਤੁਸੀਂ ਐਵੋਲੂਸ਼ਨ ਵਾਸਤੇ ਆਏ ਹੋ, ਤੁਸੀਂ ਇਵੋਲਵ ਕਰਨ ਵਾਸਤੇ ਆਏ ਹੋ। ਦੇਖੋ ਅਸੀਂ ਇਵੋਲਵ ਕਰਦੇ ਪੱਥਰ ਤੋਂ ਇਵੋਲਵ ਕਰਦੇ ਇੱਥੋਂ ਤੱਕ ਪਹੁੰਚਿਆ, ਔਰ ਇਹ ਐਵੋਲੂਸ਼ਨ ਕੋਈ ਕੰਪਲੀਟ ਨਹੀਂ ਅਜੇ ਹੋਇਆ। ਇਹ ਐਵੋਲੂਸ਼ਨ ਅੱਗੇ ਚੱਲ ਰਿਹਾ, ਪਰ ਅੱਗੇ ਚੱਲਦਾ ਇਨਸਾਨ ਇੱਕ ਦਿਨ ਉੱਥੋਂ ਤੱਕ ਪਹੁੰਚੇਗਾ ਜਦੋਂ ਕਿ ਮਤਲਬ ਉਹ ਜਿਹੜਾ ਅਧਿਆਤਮਿਕ ਨੌਲੇਜ ਹੈ ਇਹ ਕੋਈ ਉਹਨੂੰ ਸਿੱਖਣਾ ਨਹੀਂ ਪਵੇਗਾ, ਇਹ ਉਹਦੇ ਅੰਦਰ ਹੀ ਹੋਵੇਗਾ, ਉਹ ਲੈ ਕੇ ਪੈਦਾ ਹੋਵੇਗਾ, ਔਰ ਉਹਦਾ ਜੀਵਨ ਜਿਹੜਾ ਸਾਰਾ ਅਧਿਆਤਮਿਕ ਹੀ ਹੋਵੇਗਾ। ਚਾਹੇ ਅੱਜ ਦੁਨੀਆ ਦੇ ਵਿੱਚ ਬਹੁਤ ਅਸੀਂ ਲੋ ਚਲੇ ਗਏ ਹਾਂ, ਕੋਵਿਡ ਵਰਗੀਆਂ ਬਿਮਾਰੀਆਂ ਜਿਹੜੀਆਂ ਨੇ ਉਹਨਾਂ ਦੇ ਪਿੱਛੇ ਕਾਜ਼ਿਸ ਤੇ ਜਿਹੜੀਆਂ ਅਸੀਂ ਹੋਈਆਂ, ਭਾਵੇਂ ਇਹ ਜਾਣਨਾ ਬੜਾ ਮੁਸ਼ਕਲ ਹੈ ਕੀ ਕਾਜ਼ਿਸ ਨੇ, ਪਰ ਜਿਹੜੇ ਇਸ ਵੇਲੇ ਵੀ ਪਹੁੰਚੇ ਹੋਏ ਲੋਕੀ ਨੇ, ਜਿਹੜੇ ਅਧਿਆਤਮਿਕ ਲੋਕੀ ਨੇ, ਉਹਨਾਂ ਨੂੰ ਬਹੁਤ ਪਤਾ ਲੱਗ ਗਿਆ ਹੈ। ਉਹਨਾਂ ਨੇ ਸਾਰੀ ਕੁਛ ਤੇ ਪਹਿਲਾਂ ਦੀ ਪ੍ਰੋਫੈਸੀ ਵੀ ਹੋਈ ਹੈ। ਜਿਹੜੀ ਮੈਂ ਬੁੱਕ ਪੜ੍ਹ ਰਹੀ ਸੀ ਉਹਦੇ ਤੇ ਪਹਿਲਾਂ ਦੀ ਪ੍ਰੋਫੈਸੀ ਹੋਈ ਹੈ। ਉਹਨਾਂ ਨੇ ਤੇ ਇਹ ਟਾਈਮ ਜਿਹੜਾ ਹੈਗਾ ਹੈ ਉਹਨਾਂ ਨੇ ਉਹਦੇ ਲਿਖਿਆ ਹੋਇਆ ਹੈ। ਸੋ ਇਸ ਵੇਲੇ ਉਹਨਾਂ ਨੇ ਕਿਹਾ ਦੋ ਫੋਰਸਿਸ ਦੀ ਆਪਸ ਵਿੱਚ ਬਹੁਤ ਲੜਾਈ ਹੋ ਰਹੀ ਹੈ। ਇੱਕ ਤੇ ਫੋਰਸਿਸ ਹੈਗੀਆਂ ਨੇ ਜਿਹੜੀਆਂ ਹੈਗੀਆਂ ਨੇ ਪੋਜ਼ਿਟਿਵ, ਇੱਕ ਨੇ ਨੈਗੇਟਿਵ। ਐਂਡ ਇਹ ਨਹੀਂ ਕਿ ਇਸ ਵੇਲੇ ਸਾਰੀ ਨੈਗੇਟਿਵਿਟੀ ਫੈਲੀ ਹੋਈ ਹੈ, ਅਜੇ ਵੀ ਜਿਹੜੇ ਲੋਕੀ ਉਹਦੇ ਵਿੱਚ ਨੇ ਦੇ ਆਰ ਵੈਰੀ ਡੀਪਲੀ ਇਨਟੂ ਇਟ। ਉਹ ਕੁਝ ਵੀ ਹੋ ਜਾਏ, ਉਹ ਜਿਹੜਾ ਨਵਾਂ ਸਟਾਈਲ ਹੈ ਲੋਕਾਂ ਦਾ ਉਹਨੂੰ ਨਹੀਂ ਅਪਣਾਉਂਦੇ, ਬਲਕਿ ਉਹ ਜਿਹਦੇ ਵਿੱਚ ਨੇ ਉਸ ਤੋਂ ਹੋਰ ਅੱਗੇ ਜਾਂਦੇ ਹਨ। ਸੋ ਦੁਨੀਆ ਸੰਸਾਰ ਵਿੱਚ ਜੋ ਮਰਜ਼ੀ ਕੁਝ ਵੀ ਹੁੰਦਾ ਰਵੇ, ਅਸੀਂ ਤੇ ਹਰ ਆਦਮੀ ਨੇ ਇਹ ਸੋਚਣਾ ਵੀ ਮੇਰਾ ਰੋਲ ਕੀ ਹੈ ਇਸ ਵੇਲੇ, ਮੇਰਾ ਰੋਲ ਸੰਸਾਰ ਵਿੱਚ ਕੀ ਹੈ। ਇਸ ਵੇਲੇ ਹੁਣ ਅਸੀਂ ਕੀ ਕਰ ਸਕਦੇ ਹਾਂ ਕਿ ਅਸੀਂ ਪਰਮਾਤਮਾ ਅੱਗੇ ਅਰਦਾਸ ਕਰ ਸਕਦੇ ਹਾਂ, ਪ੍ਰਾਰਥਨਾ ਕਰ ਸਕਦੇ ਹਾਂ, ਪ੍ਰੇਅਰ ਕਰ ਸਕਦੇ ਹਾਂ ਕਿ ਲੋਕਾਂ ਦੇ ਮਨਾਂ ਦੇ ਵਿੱਚ ਵਿਚਾਰ ਜਿਹੜੇ ਨੇ ਉਹ ਸ਼ੁੱਧ ਪਾਵੇ। ਮੇਰੀ ਤੇ ਅਰਦਾਸ ਜਿਹੜੀ ਇਹ ਹੁੰਦੀ ਹੈ ਕਿ ਲੋਕਾਂ ਦੇ ਵਿਚਾਰ ਜਿਹੜੇ ਨੇ ਉਹ ਬਦਲੇ। ਸੋ ਸਾਡੀ ਇਹ ਬੜਾ ਕਲੈਕਟਿਵ ਕੌਨਸ਼ੀਅਸਨੈਸ ਬੜਾ ਸਟਰੋਂਗ ਹੁੰਦਾ ਹੈਗਾ। ਜੋ ਅਸੀਂ ਭੇਜਨੇ ਆ ਯੂਨੀਵਰਸ ਨੂੰ ਉਹੀ ਸਾਨੂੰ ਵਾਪਸ ਆਉਂਦਾ। ਸੋ ਜਦੋਂ ਅਸੀਂ ਭੇਜਨੇ ਉਸ ਤੋਂ ਕਈ ਗੁਣਾ ਜ਼ਿਆਦਾ ਫਿਰ ਉੱਥੇ ਡਿਵੈਲਪ ਹੁੰਦਾ ਹੈ। ਅਸੀਂ ਹੀ ਆ ਜਿਹੜੇ ਕਿ ਉਹਨੂੰ ਭੇਜ ਰਹੇ ਹਾਂ, ਅਸੀਂ ਆ ਜਿਹੜੇ ਲੈ ਰਹੇ ਹਾਂ। ਸੋ ਅਸੀਂ ਇੱਕ ਮਤਲਬ ਦੂਸਰਿਆਂ ਨੂੰ ਬਲੇਮ ਨਾ ਕਰਕੇ ਸਿਰਫ ਇਹ ਸੋਚਣਾ ਕਿ ਮੇਰਾ ਰੋਲ ਇਸ ਵੇਲੇ ਕੀ, ਬਸ ਦੈਟਸ ਆਲ, ਕਿ ਮੇਰਾ ਰੋਲ ਇਸ ਵੇਲੇ ਕੀ। ਤੁਸੀਂ ਦੇਖੋ ਕਿ ਅੱਜ ਕੱਲ ਇੰਡੀਆ ਤੋਂ ਫੋਨ ਆਉਂਦੇ ਹੈਗੇ ਨੇ। ਸੋ ਕੁਝ ਜਿਹੜੇ ਰਿਸ਼ਤੇਦਾਰ ਬਹੁਤ ਨਜ਼ਦੀਕ ਦੇ ਹੁੰਦੇ ਨੇ, ਉਹਨਾਂ ਨੂੰ ਅੱਜ ਕੱਲ ਜਿਹੜੇ ਪ੍ਰੋਬਲਮ ਆਉਂਦੇ ਨੇ, ਦੇ ਵਿਲ
मुझे इमीडिएटली फोन करनगे। अच्छा, हुण ਜਿਹੜਾ ਬੰਦਾ ਕੰਸਰਨ ਹੁੰਦਾ ਉਹਨੂੰ ਨਹੀਂ ਪਤਾ ਲੱਗਦਾ ਮੈਂ ਕੀ ਕਰਨਾ ਹੈ। ਔਰ ਇਹ ਜਿਹੜਾ ਦੁੱਖ ਵੇ ਇਹਦੇ ਵਿੱਚੋਂ ਨਿਕਲਦਾ ਬਹੁਤ ਕੁਛ ਹੈ। ਜੋ ਅਸੀਂ ਦੁੱਖ ਵੇਲੇ ਸਿੱਖਦੇ ਹਾਂ ਅਸੀਂ ਸੁੱਖ ਵੇਲੇ ਕਦੇ ਨਹੀਂ ਸਿੱਖਦੇ, ਕਿਉਂਕਿ ਸਾਡੀ ਸੋਚ ਹੀ ਉਸ ਵੇਲੇ ਨਹੀਂ ਜਾਂਦੀ ਕਿ ਵਾਈ ਆਲ ਦਿਸ, ਵਾਈ ਆਮ ਸਫਰਿੰਗ, ਰੀਜ਼ਨ ਕੀ ਇਹਦੇ ਪਿੱਛੇ। ਜਦੋਂ ਅਸੀਂ ਰੀਜ਼ਨ ਢੂੰਡਣ ਲੱਗਨੇ ਆ ਕਿ ਉਸ ਵੇਲੇ ਸਾਡਾ ਮੇਰਾ ਮਨ ਹੈ ਉਹ ਆਰਡੀਨਰੀ ਮਨ ਨਹੀਂ ਰਹਿੰਦਾ, ਫਿਰ ਉਹ ਇੱਕ ਸਪੈਸ਼ਲ ਮਨ ਬਣ ਜਾਂਦਾ, ਇੱਕ ਪਿਓਰ ਮਨ ਬਣ ਜਾਂਦਾ। ਉਹਦੇ ਅੰਦਰੋਂ ਹੀ ਫਿਰ ਜਿਹੜੇ ਜਵਾਬ ਆਉਂਦੇ ਹੈਗੇ ਨੇ, ਕਿਉਂਕਿ ਹੁਣ ਇਹ ਥਿਊਰੀ ਨੇ ਮੈਂ ਤੇ ਇਹ ਆਪ ਐਕਸਪੀਰੀਅੰਸ ਕੀਤਾ ਕਿ ਜੋ ਦੁੱਖ ਵੇਲੇ ਰਿਅਲਾਈਜ਼ ਹੁੰਦਾ ਹੈ ਉਹ ਸੁੱਖ ਵੇਲੇ ਨਹੀਂ ਹੁੰਦਾ। ਸੋ ਜਦੋਂ ਦੁੱਖ ਹੁਣ ਉਹਨਾਂ ਨੇ ਮੈਨੂੰ ਫੋਨ ਕਰਦੀਆਂ ਨੇ ਤੇ ਮੈਂ ਉਹਨਾਂ ਨੂੰ ਸਮਝਾਇਆ ਵੀ ਦੇਖੋ ਇਹਦੇ ਵਿੱਚੋਂ ਕੁਝ ਮੈਸੇਜ ਹੈਗੇ ਨੇ, ਮੈਸੇਜ ਲਵੋ। ਇਹ ਹਰ ਵੇਲੇ ਨਹੀਂ ਕਿ ਮੈਨੂੰ ਦੁੱਖ ਆਇਆ, ਕਿਉਂ ਆਇਆ, ਮੈਂ ਬੜਾ ਦੁਖੀ ਹਾਂ, ਨਹੀਂ। ਇਹ ਤੇ ਫਾਈਂਡ ਆਊਟ ਕਰੋ ਕਿ ਦੁੱਖ ਆਇਆ ਕਿਉਂ। ਦੇयर इज ਆਲਵੇਜ਼ ਅ ਰੀਜ਼ਨ ਬਿਹਾਈਂਡ ਦੈਟ। ਸੋ ਜੇ ਇੱਕ ਵਾਰੀ ਸਾਨੂੰ ਰੀਜ਼ਨ ਦਾ ਪਤਾ ਲੱਗ ਜਾਏ ਫਿਰ ਉਹਦੇ ਦੋ ਫਾਇਦੇ ਹੁੰਦੇ ਨੇ, ਇੱਕ ਤੇ ਅਸੀਂ ਉਹਨੂੰ ਮੈਨੇਜ ਕਰ ਲੈਂਦੇ ਹਾਂ, ਦੂਸਰਾ ਸਾਨੂੰ ਦੁੱਖ ਨਹੀਂ ਹੁੰਦਾ। ਵੀ ਲਰਨ ਅ ਲੈਸਨ ਆਊਟ ਆਫ ਦੈਟ। ਸੋ ਗਿਆਨ ਜਿਹੜਾ ਹੈ ਉਹਦਾ ਬਹੁਤ ਵੱਡਾ ਰੋਲ ਹੈ ਜੇ ਅਸੀਂ ਉਹਨੂੰ ਆਪਣੇ ਜੀਵਨ ਵਿੱਚ ਠੀਕ ਤਰ੍ਹਾਂ ਲਾਗੂ ਕਰੀਏ। ਸੋ ਉੱਥੋਂ ਤੱਕ ਅਸੀਂ ਦੇਖ ਲਿਆ ਕਿ ਗਿਆਨ ਵੀ ਹੋਣਾ, ਮਤਲਬ ਗਿਆਨ ਤੋਂ ਬਿਨਾਂ ਕੀ ਨੁਕਸਾਨ ਨੇ, ਗਿਆਨ ਤੋਂ ਬਿਨਾਂ ਇਨਸਾਨ ਜਿਹੜਾ ਹੈ ਉਹ ਆਪਣਾ ਪਸ਼ੂ ਵਰਗਾ ਹੀ ਹੈ। ਸੋ ਦੈਨ ਵਾਟ ਟੂ ਡੂ, ਉੱਥੇ ਫਿਰ ਉਹਨਾਂ ਕਿਹਾ ਹੈ ਕਿ ਹੁਣ ਕਿਹੋ ਜਿਹਾ ਗਿਆਨ ਚਾਹੀਦਾ। ਪ੍ਰਣਤ ਨਾਨਕ ਗਿਆਨੀ ਐਸੋ ਹੋਵੇ ਆਪ ਪਛਾਣੇ ਬੂਝੇ ਸੋ। ਪ੍ਰਣਤ ਨਾਨਕ ਗਿਆਨੀ ਕੈਸੋ ਹੋਏ ਆਪ ਪਛਾਣੇ ਬੂਝੇ ਸੋ। ਇਹਦੇ ਵਿੱਚ ਫਿਰ ਉਹੀ ਗੱਲ ਆ ਜਾਂਦੀ ਹੈ ਕਿ ਗਿਆਨ ਦੇ ਨਾਲ ਇਹ ਵਿਚਾਰਸ਼ੀਲ ਬਣਨਾ ਹੈ ਕਿ ਆਫਟਰ ਆਲ ਮੈਂ ਆਇਆ ਕਿਉਂ, ਮੇਰੇ ਆਉਣ ਦਾ ਪਰਪਸ ਕੀ ਹੈ, ਮੈਂ ਦੁੱਖ ਕਿਉਂ ਭੋਗ ਰਿਹਾ ਹੈਗਾ ਵਾ। ਇਹਦੇ ਵਿੱਚ ਜਾ ਕੇ ਆਪਣਾ ਰੋਲ ਸਮਝੇ, ਮੇਰਾ ਰੋਲ ਕੀ ਹੈ। ਜਦੋਂ ਆਪਣਾ ਰੋਲ ਸਮਝ ਲੈਂਦਾ, ਜਦੋਂ ਇੱਕ ਵਾਰ ਤੁਹਾਨੂੰ ਆਪਣੇ ਰੋਲ ਦੀ ਸਮਝ ਆ ਜਾਏ ਤੇ ਫਿਰ ਤੁਸੀਂ ਉਸ ਤੋਂ ਬਾਹਰ ਨਹੀਂ ਜਾ ਸਕਦੇ, ਕਿਉਂਕਿ ਉਸ ਤਰ੍ਹਾਂ ਹੀ ਹੈ ਜਦੋਂ ਤੁਹਾਨੂੰ ਪਤਾ ਲੱਗ ਗਿਆ ਕੀ ਗਲਤ ਹੈ ਕੀ ਠੀਕ ਹੈ, ਫਿਰ ਤੁਸੀਂ ਠੀਕ ਹੀ ਕਰੋਗੇ, ਗਲਤ ਨਹੀਂ ਕਰੋਗੇ। ਸੋ ਅਸੀਂ ਹੋਰ ਇੱਕ ਗਿਆਨੀ ਜਿਹੜਾ ਜਿਹਨੂੰ ਗਿਆਨ ਹੈ, ਜਿਹਨੂੰ ਪਤਾ ਕੀ ਠੀਕ ਹੈ ਕੀ ਗਲਤ ਹੈ, ਮੈਂ ਕਿਉਂ ਆਇਆ ਮੈਂ ਇਸ ਸੰਸਾਰ ਤੇ, ਇਹਦਾ ਪਰਪਸ ਕੀ ਹੈਗਾ ਹੈ, ਮੈਂ ਹਾਂ ਕਿ ਮਨ ਮੇਰੇ ਅੰਦਰ ਤੇਰੇ ਨਿਧਾਨ ਹੈ, ਬਾਹਰ ਵਸਤ ਨਾ ਪਾਲ। ਫਿਰ ਤੁਸੀਂ ਪਿਛਲੀ ਵਾਰੀ ਕੀਤਾ ਸੀ ਜੋ ਬ੍ਰਹਮੰਡੇ ਸੋਈ ਬਿੰਡੇ, ਜੋ ਖੋਜੇ ਸੋ ਪਾਏ। ਤੋ ਹੌਲੀ ਹੌਲੀ ਕਰਦਿਆਂ ਇਹ ਜਦੋਂ ਭਾਵ ਇੰਨਾ ਗਹਿਰਾ ਬਣਦਾ ਜਾਂਦਾ, ਇੰਨਾ ਗਹਿਰਾ ਬਣਦਾ ਜਾਂਦਾ, ਤੁਸੀਂ ਦੇਖੋਗੇ ਹੌਲੀ ਹੌਲੀ ਉਹ ਪ੍ਰੈਜ਼ੈਂਸ ਜਿਹੜੀ ਪਰਮਾਤਮਾ ਦੀ ਹੈ ਉਹ ਸਾਰਾ ਵਕਤ ਤੁਹਾਡੇ ਨਾਲ ਰਹਿਣ ਲੱਗ ਪੈਂਦੀ। ਇਸ ਤਰ੍ਹਾਂ ਲੱਗਦਾ ਕਿ ਤੁਸੀਂ ਉਹਦੇ ਵਿੱਚ ਹੀ ਰਹਿ ਰਹੇ ਹੈਗੇ, ਤੁਸੀਂ ਉਹਦੇ ਤੋਂ ਬਾਹਰ ਹੀ ਨਹੀਂ ਹੈਗੇ। ਇਹ ਹੌਲੀ ਹੌਲੀ ਇਹ ਡਿਵੈਲਪ ਹੋ ਜਾਂਦਾ। ਜਦੋਂ ਇਹ ਡਿਵੈਲਪ ਹੋ ਜਾਂਦਾ ਫਿਰ ਜੀਵਨ ਬੜਾ ਹਲਕਾ ਹੋ ਜਾਂਦਾ, ਬੜਾ ਸੁਖਾਲਾ ਹੋ ਜਾਂਦਾ। ਫਿਰ ਸਾਡੇ ਪ੍ਰੋਬਲਮ ਜਿਹੜੇ ਨੇ ਬਹੁਤ ਸਾਰੇ ਖਤਮ ਹੋ ਜਾਂਦੇ। ਮੇਨਲੀ ਇਹ ਵਿਚਾਰਸ਼ੀਲਤਾ ਐਂਡ ਵਿਚਾਰ ਗਿਆਨ ਨਾਲ ਹੀ ਆਉਂਦੀ। ਸੋ ਜਦੋਂ ਉਹ ਗਿਆਨ ਅਸੀਂ ਅੱਛੀ ਤਰ੍ਹਾਂ ਸਮਝ ਕੇ ਆਪਣੇ ਜੀਵਨ ਨਾਲ ਲਾ ਲੈਂਦੇ ਹਾਂ, ਸਾਡਾ ਜੀਵਨ ਜਿਹੜਾ ਉਹ ਸਾਰਾ ਬਦਲ ਜਾਂਦਾ। ਸੋਈ ਗਿਆਨੀ ਸੋਈ ਜਨ ਤੇਰਾ ਜਿਸ ਉੱਪਰ ਰੁਚ ਆਵੇ। ਇਹਦੇ ਵਿੱਚ ਹੋਰ ਉਹਨਾਂ ਨੇ ਰੁਚੀ ਦਾ ਮੈਂਸ਼ਨ ਕੀਤਾ। ਦੇਖੋ ਮਤਲਬ ਅਲੱਗ ਇੱਕ ਇੱਕ ਚੀਜ਼ ਕਰਕੇ ਉਹ ਸਾਨੂੰ ਸਮਝਾ ਰਿਹਾ। ਪਹਿਲਾਂ ਤੇ ਉਹਨਾਂ ਸਾਨੂੰ ਪਸ਼ੂ ਦਾ ਸਮਝਾਇਆ ਕਿ ਤੁਸੀਂ ਪਸ਼ੂ ਦੇ ਬਰਾਬਰ ਹੋ ਜੇ ਤੁਸੀਂ ਐ ਨਹੀਂ ਕਰਦੇ। ਸੋ ਗਿਆਨ ਦੇ ਨਾਲ ਤੁਸੀਂ ਕਿਸ ਤਰ੍ਹਾਂ ਉਹਦੇ ਚੋਂ ਨਿਕਲਣਾ। ਹੁਣ ਉਹ ਤੁਹਾਨੂੰ ਸਮਝਾ ਰਹੇ ਹੈਗੇ ਨੇ ਕਿ ਤੁਹਾਡੀ ਜੇਕਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਮਝ ਕੇ ਹੁਣ ਤੁਹਾਡੀ ਰੁਚੀ ਕੀ ਹੋਏਗੀ, ਹੁਣ ਤੁਹਾਡੀ ਰੁਚੀ ਪਰਮਾਤਮਾ ਵੱਲ ਲੱਗੀ। ਹੁਣ ਰੁਚੀ ਜਿਹੜੀ ਜਦੋਂ ਤੁਹਾਡੀ ਪਰਮਾਤਮਾ ਵੱਲ ਲੱਗ ਗਈ ਹੈ ਤੇ ਇੱਕ ਵਾਰੀ ਜਦੋਂ ਲੱਗ ਗਈ ਹੈ ਫਿਰ ਤੁਸੀਂ ਉੱਥੇ ਨਹੀਂ ਰੁਕੋਗੇ। ਤੁਸੀਂ ਉਸ ਰੁਚੀ ਨੂੰ ਫਿਰ ਡਿਵੈਲਪ ਕਰਨਾ ਸ਼ੁਰੂ ਕਰ ਦਿਓ। ਤੁਸੀਂ ਰੁਕ ਹੀ ਨਹੀਂ ਸਕਦੇ ਕਿਉਂਕਿ ਇਹ ਇਨਸਾਨ ਮਨ ਦੀ ਆਦਤ ਹੈ, ਇਨਸਾਨੀ ਆਦਤ ਹੈ। ਉਹ ਉੱਥੇ ਕਦੇ ਰੁਕ ਹੀ ਨਹੀਂ ਸਕਦਾ, ਉਹ ਅੱਗੇ ਜਾਣਾ ਚਾਹੁੰਦਾ। ਇਹ ਉਹਦੇ ਜੀਨ ਵਿੱਚ ਹੈ ਕਿ ਉਹ ਅੱਗੇ ਜਾਣਾ ਚਾਹੁੰਦਾ ਜਿਸ ਵੀ ਰਸਤੇ ਹੋਏ। ਜੇ ਤੁਸੀਂ ਕਮਾ ਰਹੇ ਹੋ ਤੇ ਕਮਾਈ ਵਾਲੇ ਪਾਸੇ, ਜੇ ਤੁਸੀਂ ਕੁਝ ਵੀ ਕਰ ਰਹੇ ਹੋ ਤੁਸੀਂ ਉਹਦੇ ਵਿੱਚ ਅੱਗੇ ਵਧਣਾ ਚਾਹੁੰਦੇ। ਹੁਣ ਜੇ ਤੁਹਾਡੀ ਰੁਚੀ ਇੱਕ ਵਾਰੀ ਬਣ ਗਈ ਹੈ ਪਰਮਾਤਮਾ ਵੱਲ ਲੱਗਣ ਦੀ ਤੇ ਫਿਰ ਕੀ ਹੈ
ਉਹਦੇ ਵਿੱਚ ਫਿਰ ਅੱਗੇ ਵਧਣ ਦੀ, ਜਾਣਨ ਦੀ ਜਿਹੜੀ ਹੈ ਰੁਚੀ ਜਿਹੜੀ ਵੱਧ ਜਾਂਦੀ। ਸਿਰਫ ਮਤਲਬ ਮੈਂ ਇਹ ਨਹੀਂ ਕਿ ਮੈਂ ਸਿਰਫ ਜਿਹੜੇ ਰੈਗੂਲਰਿਟੀ ਪਾਠ ਕਰਨੇ ਨੇ, ਉਹ ਜੀਵਨ ਨੂੰ ਸਮਝਣਾ ਸ਼ੁਰੂ ਕਰ ਦਿੰਦਾ ਹੈ। The way things happen, the law works, ਮੇਨਲੀ ਇਹ ਪਰਮਾਤਮਾ ਦੇ ਕਾਨੂੰਨ ਨੂੰ ਸਮਝ। ਜਿੰਨਾ ਚਿਰ ਅਸੀਂ ਕਾਨੂੰਨ ਉਹਦਾ ਨਹੀਂ ਸਮਝਿਆ, ਉਹਨਾਂ ਚਿਰ ਸਾਡੇ ਜੀਵਨ ਵਿੱਚ ਉਹ ਉਤਰ ਨਹੀਂ ਸਕਦਾ ਹੈ। ਭਾਵੇਂ ਅਸੀਂ ਪਾਠ ਕਿੰਨਾ ਵੀ ਮਰਜ਼ੀ ਕਰ ਲਈਏ, ਬੜਾ ਅੱਛਾ ਪਾਠ ਕਰੀਏ, ਲੇਕਿਨ ਪਾਠ ਦੇ ਵਿੱਚ ਹੀ ਮੀਨਿੰਗ ਛੁਪਿਆ ਹੋਇਆ ਹੈਗਾ। ਔਰ ਫਿਰ ਇਹ ਵੇ ਕਿ ਠੀਕ ਹੈ, ਉਹ ਅਸੀਂ ਪਾਠ ਇੱਕ ਰੂਟੀਨ ਵਿੱਚ ਕਰ ਲੈਂਦੇ ਹਾਂ, ਫਿਰ ਅਸੀਂ ਇਹਨਾਂ ਤਰੀਕਿਆਂ ਨਾਲ ਜਦੋਂ ਸਮਝਦੇ ਹਾਂ, ਫਿਰ ਗਹਿਰਾਈ ਦੇ ਵਿੱਚ ਉਹ ਗਿਆਨ ਜਦੋਂ ਅੰਦਰ ਜਾਂਦਾ ਹੈ, ਫਿਰ ਉਹਦਾ ਅਸਰ ਹੁੰਦਾ, ਔਰ ਫਿਰ ਅਸੀਂ ਕੋਸ਼ਿਸ਼ ਕਰਨੇ ਆ ਉਹ ਬਣਨ ਦੀ। ਸੋ ਰੁਚੀ ਜਿਹੜੀ ਹੈ, ਰੁਚੀ ਤੇ ਹੁਣ ਤੁਹਾਡੀ ਸਭ ਦੀ ਬੜੀ ਅੱਛੀ ਹੈ, ਮੈਂ ਦੇਖਿਆ, ਕਿਉਂਕਿ ਕਿੰਨੇ ਕੁ ਲੋਕੀ ਨੇ ਦੁਨੀਆ ਦੇ ਵਿੱਚ ਜਿਹੜੇ ਕਿ ਇਸ ਪਾਸੇ ਇੰਨੀ ਸੀਰੀਅਸਲੀ ਲੱਗੇ ਹੋਏ ਨੇ। ਪਰ ਉਹ ਹੈ ਕਿ ਹੁਣ ਉਸ ਰੁਚੀ ਨੂੰ ਅਸੀਂ ਅੱਗੇ ਵਧਾਉਣਾ। ਉਸ ਰੁਚੀ ਨੂੰ ਕਿਵੇਂ ਅੱਗੇ ਵਧਾਉਣਾ ਹੈ? ਸਮਝ ਕੇ ਉਹਦੇ ਕਾਨੂੰਨ, ਬਹੁਤ ਜ਼ਰੂਰੀ ਹੈ ਉਹਦੇ ਕਾਨੂੰਨ ਨੂੰ ਸਮਝ। ਜੇ ਅਸੀਂ ਉਹਦੇ ਕਾਨੂੰਨ ਨੂੰ ਸਮਝ ਲਈਏ ਤਾਂ ਫਿਰ ਸਾਡੇ ਕੋਲ ਕੁਝ ਗਲਤ ਹੋ ਨਹੀਂ ਸਕਦਾ। ਅਣਜਾਣ ਬੱਚਾ ਕਿਉਂ ਗਲਤੀਆਂ ਕਰਦਾ ਹੈ? ਕਿਉਂਕਿ ਉਹਨੂੰ ਪਤਾ ਨਹੀਂ ਹੈਗਾ ਕਿ ਕੀ ਠੀਕ ਹੈ ਕੀ ਗਲਤ ਹੈ। ਹੁਣ ਅਸੀਂ ਵੀ ਹਾਂ ਤੇ ਸਿਆਣੇ ਵੱਡੇ ਹੋ ਗਏ ਹਾਂ, ਪਰ ਸਾਨੂੰ ਇਹ ਨਹੀਂ ਪਤਾ ਪਰਮਾਤਮਾ ਦਾ ਕਾਨੂੰਨ ਐਕਚੁਅਲੀ ਸਾਰਾ ਹੈ ਕੀ। ਕੁਛ ਤਾਂ ਸਾਨੂੰ ਪਤਾ ਹੈ, ਲੇਕਿਨ ਪੂਰਾ ਪਤਾ ਨਹੀਂ। ਸਾਡੀ ਜਿਹੜੀ ਮਿਹਨਤ ਤੇ ਰੁਚੀ ਜਿਹੜੀ ਕਿੱਧਰ ਹੋਣੀ ਚਾਹੀਦੀ ਹੈ, to know more and more about that, ਕਿ how things are working, ਇੰਨੀ ਅਨੰਤਤਾ ਕੰਮ ਕਿਵੇਂ ਕਰ ਰਹੀ ਹੈਗੀ ਹੈ, ਇਹਦੇ ਪਿੱਛੇ ਕੀ ਹੈ, ਕਾਨੂੰਨ ਕੀ ਹੈ, ਉਹਦੇ ਮੇਰਾ ਰੋਲ ਕੀ ਹੈ, ਮੈਂ ਕੀ ਕਰਨਾ, ਕੀ ਸਿੱਖਣਾ। ਇਹ ਸਾਰਾ ਕੁਝ ਜਿਹੜਾ ਹੈ ਜਦੋਂ ਅਸੀਂ ਜਾਣਦੇ ਹਾਂ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ, ਤੇ ਜੀਵਨ ਸਾਡਾ ਸਾਰਾ ਉਹਨਾਂ ਲਾਈਨਾਂ ਤੇ ਚੱਲਣਾ ਸ਼ੁਰੂ ਹੋ ਜਾਂਦਾ ਹੈ। ਉਹ ਸਾਡੇ ਅੰਦਰ ਆਟੋਮੈਟਿਕਲੀ ਤਬਦੀਲੀ ਆਉਂਦੀ, ਕਿਉਂਕਿ ਜਿਸ ਚੀਜ਼ ਨੂੰ ਅਸੀਂ ਜਾਣੀਏ ਉਹ ਅਸੀਂ ਕਰਨੀ ਆ ਜ਼ਰੂਰ, ਜਿਹਨੂੰ ਅਸੀਂ ਨਹੀਂ ਜਾਣੀਏ ਸਾਨੂੰ ਪਤਾ ਹੀ ਨਹੀਂ ਕਿ ਮੈਂ ਗਲਤ ਕੀਤਾ ਜਾਂ ਠੀਕ ਕੀਤਾ। ਹੁਣ ਉਹ ਇੱਕ ਛੋਟੀ ਜਿਹੀ ਗੱਲ ਹੈਗੀ ਹੈ ਕਿ ਕਿਸੇ ਦੇ ਘਰ ਕੋਈ ਆਦਮੀ ਆਇਆ ਤੇ ਉਹਦੇ ਫਾਦਰ ਨੇ ਕਿਹਾ ਕਿ ਬੇਟਾ ਦੇਖ ਕੌਣ ਹੈ। ਤੋ ਨਾਲ ਉਹਨੇ ਇਹ ਵੀ ਕਹਿ ਦਿੱਤਾ ਕਿ ਮੈਨੂੰ डिस्टर्ब ना कोई करे। ਉਹਨੇ ਕਿਹਾ ਕਿ तुम कहीं ਜੇ ਕੋਈ ਕਹਿਣਾ ਮੇਰੇ ਬਾਰੇ ਪੁੱਛੇ ਕਹੀਂ पिताजी घर में नहीं। ਉਹ ਗਿਆ ਤੇ ਉਹਨੇ उस आदमी ने पूछा कि मैं पिताजी को मिलना, तो कहता पिताजी कहते हैं पिताजी घर में नहीं। ਹੁਣ ਬੱਚੇ ਨੂੰ ਪਹਿਲੀ ਵਾਰੀ ਪਤਾ ਲੱਗਾ ਹੈ ਕਿ ਝੂਠ ਵੀ ਬੋਲਿਆ ਜਾਂਦਾ। ਹੁਣ ਤੱਕ ਤੇ ਉਹਨੂੰ ਪਤਾ ਹੀ ਨਹੀਂ ਸੀ। ਹੁਣ ਤੱਕ ਤੇ ਉਹਨੂੰ ਪਤਾ ਸੀ ਕਿ ਜੇ ਪਿਤਾ ਜੀ ਕਹਿ ਰਹੇ ਨੇ ਜੋ ਉਹ ਠੀਕ ਹੀ ਹੈਗਾ, ਜੋ ਪਿਤਾ ਜੀ ਥੋੜੀ ਪਿਤਾ ਜੀ ਝੂਠ ਬੋਲ ਰਹੇ, ਉਹਨੂੰ ਨਹੀਂ ਪਤਾ ਪਿਤਾ ਜੀ ਝੂਠ ਬੋਲ ਰਹੇ। ਬਟ ਹੁਣ ਤੇ ਉਹਦਾ ਪਿਓ ਨੇ ਇਹ ਡਾਂਟਿਆ ਕਿ ਤੂੰ ਇਹ ਕਿਉਂ ਕਿਹਾ? ਤੂੰ ਕਹਿੰਦਾ ਹੋਰ ਕੀ ਕਹਿਣਾ ਸੀ, ਇਹ ਨਹੀਂ ਸੀ ਦੱਸਣਾ। ਅੱਛਾ, ਹੁਣ ਬੱਚੇ ਨੂੰ ਪਹਿਲੀ ਵਾਰੀ ਪਤਾ ਲੱਗਾ ਕਿ ਝੂਠ ਵੀ ਬੋਲਿਆ ਜਾਂਦਾ। ਹੁਣ ਉਹਨੇ ਲਰਨ ਕਰ ਲਿਆ, ਹੁਣ ਉਹ ਇਹਨੂੰ ਪਕਾਏਗਾ। ਉਹਦੀ ਲਾਈਫ ਵਿੱਚ ਇੱਕ ਝੂਠ ਆਇਆ, ਪੂਰੀ ਲਾਈਫ ਹੁਣ ਉਸ ਝੂਠ ਤੋਂ ਪੂਰਾ ਫਾਇਦਾ ਉਠਾਉਣਾ ਚਾਹੀਦਾ। ਇਟ ਵਿਲ ਗੋ ਔਨ ਮਲਟੀਪਲਾਈਂਗ। ਇਹ ਤੇ ਇੱਕ ਐਗਜ਼ਾਮਪਲ ਹੈ। ਸਿਮਿਲਰਲੀ ਬੜੀਆਂ ਚੀਜ਼ਾਂ ਨੇ ਜਿਹੜੀਆਂ ਅਨਕੌਂਸ਼ੀਅਸਲੀ ਸਾਨੂੰ ਪਤਾ ਹੀ ਨਹੀਂ ਲੱਗਦਾ। ਅਸੀਂ ਇੱਕ ਵਾਰੀ ਕਰਨੇ ਆ ਤੇ ਅੱਗੋਂ ਫਿਰ ਅਸੀਂ ਆਟੋਮੈਟਿਕਲੀ ਕਰਦੇ ਜਾਂਦੇ ਹਾਂ। ਸਾਨੂੰ ਫਿਰ ਉਹਦੇ ਵਿੱਚ ਖਿਆਲ ਹੀ ਨਹੀਂ ਆਉਂਦਾ ਕਿ ਇਹ ਗਲਤ ਵੀ ਹੋ ਸਕਦੀ ਹੈ, ਇਹਨੂੰ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਸੋਚਣਾ ਸੀ। ਉਹ ਸੋਚ ਹੀ ਨਹੀਂ ਆਉਂਦੀ। ਜਿਹੜੀ ਪੁਰਾਣੀ ਸੋਚ ਉਹਦੇ 'ਚ ਅਸੀਂ ਚੱਲਦੇ ਜਾਂਦੇ ਹਾਂ। ਤਾਂ ਗਿਆਨ ਦਾ ਕੀ ਫਾਇਦਾ ਹੁੰਦਾ ਹੈ ਕਿ ਗਿਆਨ ਸਾਨੂੰ ਨਵੀਂ ਸੋਚ ਦਿੰਦਾ। ਪੁਰਾਣੀ ਸੋਚ ਜਿਹੜੀ ਹੈ ਉਹਨੂੰ ਰਿਪਲੇਸ ਕਰਕੇ ਨਵੀਂ ਸੋਚ ਦਿੰਦਾ ਹੈ, ਤਾਂ ਕਿ ਜਦੋਂ ਅਸੀਂ ਨਵੀਂ ਸੋਚ ਤੇ ਚੱਲਾਂਗੇ। ਔਰ ਐਕਚੁਅਲੀ ਇਹ ਤਾਂ ਅਸੀਂ ਸਾਰੇ ਹੀ ਦੇਖਦੇ ਹਾਂ ਕਿ ਭਾਵੇਂ ਅਸੀਂ ਕਿੰਨਾ ਵੀ ਪੜ੍ਹ ਲਿਖ ਜਾਈਏ, ਵੱਡੇ ਹੋ ਜਾਈਏ, ਕਈ ਚੀਜ਼ਾਂ ਨੇ ਸਾਨੂੰ ਪਤਾ ਹੀ ਨਹੀਂ ਹੁੰਦਾ। ਸਾਡੇ ਬੱਚਿਆਂ ਨੂੰ ਪਤਾ, ਸਾਨੂੰ ਪਤਾ ਨਹੀਂ ਹੈਗਾ। ਇਹਦਾ ਮਤਲਬ ਹੈ ਜਿਸ ਚੀਜ਼ ਦਾ ਸਾਨੂੰ ਗਿਆਨ ਨਹੀਂ ਹੈਗਾ, ਅਸੀਂ ਭਾਵੇਂ ਕਿੰਨੇ ਵੱਡੇ ਹੋ ਜਾਈਏ। ਉਹ ਕਹਿੰਦੇ ਨੇ ਕੋਈ ਆਦਮੀ ਸੀ ਤੇ 75 ਸਾਲ ਦਾ ਹੋ ਗਿਆ। ਉਹਨੂੰ ਕਿਸੇ ਨੇ ਪੁੱਛਿਆ ਤੂੰ ਕਿੰਨੇ ਸਾਲ ਦਾ? ਕਹਿੰਦਾ 5 ਸਾਲ ਦਾ। ਕਹਿੰਦਾ 5 ਸਾਲ ਤੂੰ ਤੇ ਬੁੱਢਾ ਹੋ ਗਿਆ। ਕਹਿੰਦਾ 70 ਸਾਲ ਤੇ ਮੈਂ ਕੁਝ ਨਹੀਂ ਸਿੱਖਿਆ, 5 ਸਾਲ ਹੋ ਗਏ ਨੇ ਜਦੋਂ ਮੈਂ ਸਿੱਖਣ ਲੱਗਾ। ਸੋ ਮੇਰੀ ਅਸਲ ਲਾਈਫ ਤੇ ਉਹੀ ਹੈ ਜਦੋਂ ਤੋਂ ਮੈਂ ਸਿੱਖਣ ਲੱਗਾ। ਔਰ ਜੋ ਮੈਂ 5 ਸਾਲਾਂ ਸਿੱਖਿਆ ਮੈਂ ਤੇ ਉਹੀ ਹਾਂ ਨਾ। ਤੇ ਜੋ 17 ਸਾਲਾਂ ਨਹੀਂ ਸਿੱਖਿਆ ਉਹ ਤੇ ਮੈਂ ਨਹੀਂ। ਸੋ ਮਤਲਬ ਇਹ ਵਿਚਾਰ ਜਿਹੜੇ ਇਸ ਤਰ੍ਹਾਂ ਦੇ ਨਾ, ਇਹ ਬੜੀ ਚੋਟ ਮਾਰਦੇ ਨੇ ਸਾਡੀ ਚੇਤਨਾ ਤੇ। ਜਦੋਂ ਚੇਤਨਾ ਤੇ ਚੋਟ ਮਾਰਦੇ ਨੇ ਤੇ ਸਾਨੂੰ ਇੱਕ ਸਾਡੀ ਵਿਚਾਰਸ਼ੀਲਤਾ ਵੱਧ ਜਾਂਦੀ ਹੈ। ਅਸੀਂ ਫਿਰ ਹਰ ਚੀਜ਼ ਨੂੰ ਉਸ ਤਰੀਕੇ ਨਾਲ ਸੋਚਣ ਲੱਗ ਪੈਂਦੇ ਹਾਂ ਕਿ ਇਸ ਤਰ੍ਹਾਂ ਵੀ ਹੋ ਸਕਦਾ, ਇਸ ਤਰ੍ਹਾਂ ਵੀ ਹੋ ਸਕਦਾ। ਨਹੀਂ ਤੇ ਇੱਕ ਮਨ ਦਾ ਸੋਚਣ ਦਾ ਤਰੀਕਾ ਬੜਾ ਸਿੰਪਲ ਹੈ, ਬੜਾ ਸਿੰਪਲ।
ਮਨ ਚਾਹੁੰਦਾ ਹੈ ਕਿ ਸੌਖਾ ਤਰੀਕਾ, ਹਰ ਚੀਜ਼ ਸੌਖੀ ਜਾਂਦਾ, ਲੇਕਿਨ ਜਦੋਂ ਉਹਨੂੰ ਵਿਚਾਰਸ਼ੀਲਤਾ ਦੀ ਆਦਤ ਪੈ ਜਾਏ, ਜਿਸ ਤਰ੍ਹਾਂ ਕਿਸੇ ਨੂੰ ਰਿਸਰਚ ਕਰਨ ਦੀ, ਖੋਜ ਕਰਨ ਦੀ ਆਦਤ ਪੈ ਜਾਏ ਨਾ, ਉਹਨੂੰ ਖੋਜ ਵਿੱਚ ਹੀ ਮਜ਼ਾ ਆਉਂਦਾ, ਭਾਵੇਂ ਉਹ ਦਿਨ ਰਾਤੀ ਲੱਗਾ ਰਿਹਾ, ਉਹਨੂੰ ਰੋਟੀ ਵੀ ਨਹੀਂ ਸੁਝੇ। ਇੱਕ ਆਪਣਾ ਇੱਕ ਬੜੀ ਪਿਆਰੀ ਗੱਲ ਹੈ ਕਿ ਸ਼੍ਰੀ ਅਰਬਿੰਦੋ ਜਦ ਮੈਂ ਤੁਹਾਨੂੰ ਕਈ ਵਾਰੀ ਮੈਂਸ਼ਨ ਕਰ ਰਹੀ ਹਾਂ, ਬੜੇ ਵੱਡੇ ਰਿਸ਼ੀ ਹੋਏ ਨੇ, ਪਰ ਕਾਫੀ ਦੇਰ ਤੱਕ 1950 ਵਿੱਚ ਉਹਨਾਂ ਦਾ ਕਾਲ ਚਲਾਣਾ ਹੋਇਆ। ਤਾਂ ਇੱਕ ਦਿਨ ਬਾਹਰ ਬੜੀ ਹਨੇਰੀ ਤੂਫਾਨ ਚੱਲ ਰਿਹਾ ਸੀ। ਉਹਨਾਂ ਨੇ ਪਹਿਲਾਂ ਤੇ ਉਹ ਮਤਲਬ ਆਸ਼ਰਮ ਚਲਾਉਂਦੇ ਸੀ, ਦਰਸ਼ਨ ਵੀ ਦਿੰਦੇ ਸੀ, ਪਰ ਬਾਅਦ ਵਿੱਚ ਉਹਨਾਂ ਨੇ ਇੱਕ ਫ੍ਰੈਂਚ ਲੇਡੀ ਆਈ, ਮਦਰ, ਉਹ ਬੜੀ ਪਹੁੰਚੀ ਹੋਈ ਸੀ, ਉਹਨਾਂ ਨੇ ਸਾਰਾ ਆਸ਼ਰਮ ਉਹਦੇ ਹਵਾਲੇ ਕਰਕੇ ਆਪ ਉਹਨੇ ਰਾਈਟਿੰਗ ਲੈ ਲਈ, ਤੇ ਉਹਨਾਂ ਨੂੰ ਸਾਰੀਆਂ ਰੈਵੋਲੂਸ਼ਨ ਬੜੀਆਂ ਉਹਨਾਂ ਨੂੰ ਹੁੰਦੀਆਂ ਸੀ, ਲਿਖਦੇ ਸੀ। ਤਾਂ 26 ਸਾਲ ਉਹ ਲਿਖਦੇ ਰਹੇ, ਔਰ ਵਿੱਚ ਬਾਹਰ ਨਿਕਲਦੇ ਸੀ, ਪਰ ਮੇਨ ਉਹਨਾਂ ਦਾ ਕੰਮ ਲਿਖਣਾ ਸੀ। ਇੱਕ ਦਿਨ ਬੜੀ ਹਨੇਰੀ ਤੂਫਾਨ ਆਇਆ, ਔਰ ਮਦਰ ਨੇ ਦੇਖਿਆ ਕਿ ਬੜੀ ਹਨੇਰੀ ਤੂਫਾਨ, ਉਹਨਾਂ ਦੀਆਂ ਖਿੜਕੀਆਂ ਖੁੱਲੀਆਂ ਨੇ, ਉਹ ਗਈ ਅੰਦਰ ਉਹਨੇ ਜਾ ਕੇ ਦੇਖਿਆ, ਉਹਨਾਂ ਨੂੰ ਤੇ ਪਤਾ ਵੀ ਨਹੀਂ ਕਿ ਤੂਫਾਨ ਆਇਆ ਹੈ ਔਰ ਕੁਝ ਹੋ ਰਿਹਾ ਹੈ। ਔਰ ਜਿਹੜੀ ਸਭ ਤੋਂ ਅਜੀਬ ਗੱਲ ਸੀ, ਜਿਹੜੀ ਕਿ ਕੋਈ ਮੰਨੇਗਾ ਨਹੀਂ, ਕਿ ਅੰਦਰ ਬਿਲ ਨਾ ਉਹਨਾਂ ਦੀਆਂ ਖਿੜਕੀਆਂ ਹਿਲ ਰਹੀਆਂ, ਨਾ ਹਵਾ ਅੰਦਰ ਆ ਰਹੀ ਨੇ। ਸੋ ਵਾਟ ਵਾਸ ਦੈਟ? ਇਹਦਾ ਮਤਲਬ ਹੈ ਜਦੋਂ ਚੇਤਨਤਾ ਜਿਹੜੀ ਉਹ ਇੰਨੀ ਉੱਚੀ ਹੋ ਜਾਵੇ, ਉਦੋਂ ਤੁਹਾਨੂੰ ਬਾਹਰ ਦੀ ਕੋਈ ਨੈਗੇਟਿਵ ਚੀਜ਼ ਟੱਚ ਕਰ ਹੀ ਨਹੀਂ ਸਕਦੀ। ਹੁਣ ਇਹ ਦੇਖੋ ਕਿ ਇਹ ਭੂਤਾਂ ਪ੍ਰੇਤਾਂ ਦੀ ਗੱਲ ਹੁੰਦੀ ਹੈ ਸਾਡੇ ਤੇ, ਮਤਲਬ ਅਸੀਂ ਤੇ ਇੰਨਾ ਮੰਨਦੇ ਨਹੀਂ, ਪਰ ਇਟ ਇਜ਼ ਦੇਅਰ ਹੈ। ਲੇਕਿਨ ਜਿਹੜਾ ਪ੍ਰਮਾਤਮਾ ਦੇ ਵਿੱਚ ਲੱਗਾ ਹੋਇਆ, ਉਹਦੀ ਚੇਤਨਤਾ ਉੱਚੀ ਹੈ, ਉਹਨੂੰ ਉਹ ਟੱਚ ਨਹੀਂ ਕਰ ਸਕਦੇ, ਕਿਉਂਕਿ ਉਹਨਾਂ ਦੀ ਲੋ એનર્ਜੀ ਹੈ, ਤੁਹਾਡੀ ਹਾਈ એનર્ਜੀ ਨਾਲ ਟੱਚ ਨਹੀਂ ਕਰ ਸਕਦੇ। ਹੁਣ ਇਹ ਤੇ ਚਲੋ ਭੂਤਾਂ ਪ੍ਰੇਤਾਂ ਦੀ ਗੱਲ ਛੱਡੋ, ਕੋਈ ਵੀ ਜਿਹੜੀ ਨੈਗੇਟਿਵ ਚੀਜ਼ ਹੈ ਤੁਹਾਨੂੰ ਟੱਚ ਨਹੀਂ ਕਰੇ। ਜੇ ਤੁਹਾਡੀ ਚੇਤਨਤਾ ਉੱਥੋਂ ਤੱਕ ਪਹੁੰਚ ਗਈ ਹੈ, ਹਾਇਰ ਕੌਨਸ਼ੀਅਸ ਵਿੱਚ ਤੁਸੀਂ ਚਲੇ ਗਏ ਹੋ, ਤੁਹਾਨੂੰ ਨੈਗੇਟਿਵ ਚੀਜ਼ਾਂ ਅਸਰ ਹੀ ਨਹੀਂ ਕਰਨ। ਇਹ ਤੇ ਮੈਂ ਤੁਹਾਨੂੰ ਆਪਣੇ ਲਾਈਫ ਦੇ ਐਕਸਪੀਰੀਅੰਸ ਤੋਂ ਵੀ ਦੱਸਾਂਗੀ ਕਿ ਕਿੰਨੀ ਲਾਈਫ ਚੇਂਜ ਹੋ ਗਈ ਹੈ ਉਸ ਤੋਂ ਬਾਅਦ, ਜਦੋਂ ਤੋਂ ਇਸ ਪਾਸੇ ਲੱਗ ਕੇ ਤੇ ਮੈਂ ਗਹਿਰਾਈ ਵਿੱਚ ਗਈ ਹਾਂ। ਮੈਨੂੰ ਇਹ ਖੋਜ ਦਾ ਬੜਾ ਸ਼ੌਕ ਹੈ। ਜਦੋਂ ਦੀ ਮੈਂ ਗਹਿਰਾਈ ਵਿੱਚ ਗਈ ਹਾਂ, ਬਿਲਕੁਲ ਸਾਰਾ ਮਤਲਬ ਤਰੀਕਾ ਹੀ ਸੋਚਣ ਦਾ ਬਦਲ ਗਿਆ ਹੈ, ਦੁੱਖ ਨੂੰ ਦੇਖਣ ਦਾ ਬਦਲ ਗਿਆ, ਪ੍ਰੋਬਲਮ ਨੂੰ ਦੇਖਣ ਦਾ ਬਦਲ ਗਿਆ। ਇਹ ਕੁਦਰਤੀ ਹੈ। ਇਹ ਜਦੋਂ ਅਸੀਂ ਗਹਿਰਾਈ ਵਿੱਚ ਜਾਵਾਂਗੇ, ਇਹ ਅਵਸਥਾ ਤੇ ਹਰ ਇੱਕ ਦੀ ਬਣੇਗੀ। ਪਰ ਉਸ ਅਵਸਥਾ ਦੇ ਵਿੱਚ ਸੁੱਖ ਕਿੰਨਾ, ਪਹਿਲੇ ਜਿੰਨਾ ਸੁੱਖ ਵੇ ਨਾ, ਉਹ ਅਸੀਂ ਐਕਸਪਲੇਨ ਨਹੀਂ ਕਰ ਸਕਦੇ। ਇੰਨਾ ਸੁੱਖ, ਇੰਨੀ ਸ਼ਾਂਤੀ ਹੈ ਕਿ ਤੁਸੀਂ ਸੋਚ ਨਹੀਂ ਸਕਦੇ ਕਿ ਮੈਂ ਉਸੇ ਜੀਵਨ ਵਿੱਚ ਹਾਂ ਜਿਹੜਾ ਕਿ ਮੇਰਾ ਪਹਿਲਾਂ ਸੀ। ਇੰਨਾ ਜੀਵਨ ਬਦਲ ਜਾਂਦਾ। ਸੋ ਜੇਕਰ ਇਹ ਗਿਆਨ ਜਿਉਂ ਜਿੰਨੀ ਗਹਿਰਾਈ ਵਿੱਚ ਜਾਏਗਾ, ਉਹਨਾਂ ਮਨ ਦੀ ਰੁਚੀ ਹੋਏਗੀ ਉਸ ਪਾਸੇ ਲੱਗਣ ਦੀ। ਜਿੰਨੀ ਮਨ ਦੀ ਰੁਚੀ ਹੋਏਗੀ, ਤੁਸੀਂ ਹੋਰ ਅੱਗੇ ਜਾਓਗੇ, ਹੋਰ ਅੱਗੇ ਜਾਓਗੇ। ਜਿੰਨਾ ਹੋਰ ਅੱਗੇ ਜਾਓਗੇ, ਉਹਨਾਂ ਹੋਰ ਆਨੰਦ ਵਧੇਗਾ। ਫਿਰ ਜਿਉਂ ਤੁਸੀਂ ਗਹਿਰਾਈ ਵਿੱਚ ਜਾਓਗੇ, you will have certain experiences। ਔਰ ਇੱਕ ਦੋ ਮੈਂ ਤੁਹਾਨੂੰ ਜਿਹੜੇ ਤਰੀਕੇ ਦੱਸੇ ਸੀ, ਫਿਰ ਅਸੀਂ ਕਿਸੇ ਦਿਨ ਫਿਰ ਡਿਸਕਸ ਕਰਾਂਗੇ ਕਿ ਜਦੋਂ ਤੁਸੀਂ ਥੋੜਾ ਜਿਹਾ ਕਨਸੈਂਟਰੇਟ ਕਰਦੇ ਹੋ ਜਾਂ ਮੈਡੀਟੇਸ਼ਨ ਹੌਲੀ ਹੌਲੀ ਉਹ ਆਦਤ ਪੈ ਜਾਂਦੀ ਹੈ, ਜਿਹੜੇ ਸਰਟਨ ਐਕਸਪੀਰੀਐਂਸਿਸ ਨੇ ਉਹ ਤੁਹਾਡੇ ਜੀਵਨ ਤੇ ਬਹੁਤ ਅਸਰ ਕਰਦੇ ਨੇ। ਉਹਨਾਂ ਚੋਂ ਇੱਕ ਮੈਂ ਤੁਹਾਡੇ ਨਾਲ ਡਿਸਕਸ ਕਰਾਂਗੀ, ਜ਼ਿਆਦਾ ਨਹੀਂ, ਕਿਉਂਕਿ ਜ਼ਿਆਦਾ ਕਰਨ ਦੇ ਨਾਲ ਨਾ ਅੰਦਰ ਇੱਕ ਫੀਲਿੰਗ ਹੋ ਜਾਂਦਾ ਹੈ ਇਹ ਕਿਉਂ ਨਹੀਂ ਹੋ ਰਿਹਾ। ਇੱਕ ਮੈਂ ਕਰਾਂਗੇ ਡਿਸਕਸ ਕਿਉਂਕਿ ਉਹਦਾ ਬੜਾ ਯੂਜ਼ ਹੈ। ਉਹ ਇਹ ਹੈ ਕਿ ਜਦੋਂ ਅਸੀਂ ਗੁਰਬਾਣੀ ਦੇ ਵਿੱਚ ਇੰਨੇ ਲੱਗ ਜਾਂਦੇ ਹਾਂ, ਜਾਂ ਰੁਚੀ ਤੋਂ ਮੈਂ ਕਹਿ ਰਹੀ ਹਾਂ, ਜਦੋਂ ਸਾਡੀ ਰੁਚੀ ਇੰਨੀ ਵੱਧ ਜਾਂਦੀ ਹੈ, ਤੇ ਤੁਸੀਂ ਹੁਣ ਜਿਹੜਾ ਸ਼ਬਦ ਸੁਣਿਆ ਹੈ ਜਾਂ ਕੀਰਤਨ ਸੁਣਿਆ ਹੈ ਜਾਂ ਵਾਹਿਗੁਰੂ ਵਾਹਿਗੁਰੂ ਸੁਣਿਆ, ਤੁਸੀਂ ਸੁਣ ਕੇ ਭਾਵੇਂ ਬਾਹਰ ਨਿਕਲ ਜਾ, ਭਾਵੇਂ ਤੁਸੀਂ ਕਿਧਰੇ ਚਲੇ ਜਾ, ਉਹ ਸ਼ਬਦ ਤੁਹਾਡੇ ਅੰਦਰ ਵੱਜਣਾ ਸ਼ੁਰੂ, ਉਹ ਵੱਜਦਾ ਰਹੇਗਾ। ਜਦੋਂ ਉਹ ਵੱਜੇਗਾ ਤੇ ਹੋਰ ਥਾਟ ਕਿਵੇਂ ਆਏਗਾ? ਹੋਰ ਕੋਈ ਥਾਟ ਨਹੀਂ ਆਏਗਾ। ਔਰ ਨਾਟ ਓਨਲੀ ਥਾਟ ਰੁਕੇਗਾ, ਉਹਦੇ ਨਾਲ ਤੁਹਾਡੇ ਅੰਦਰ ਇੰਨੀ ਪਿਉਰੀਫਿਕੇਸ਼ਨ ਹੋਏਗੀ ਕਿ ਤੁਸੀਂ ਸਮਝੋਗੇ ਵੀ ਮੈਂ ਤੇ ਹੁਣ ਕੁਝ ਮੈਂ ਗਲਤ ਸੋਚ ਹੀ ਨਹੀਂ ਸਕਦਾ। ਕਰਨਾ ਤੇ ਦੂਰ ਦੀ ਗੱਲ ਹੈ, ਮੈਂ ਗਲਤ ਸੋਚ ਹੀ ਨਹੀਂ ਸਕਦਾ। ਤਾਂ ਇਹ ਚੀਜ਼ਾਂ ਜਦੋਂ ਅਸੀਂ ਗਹਿਰਾਈ ਵਿੱਚ ਜਾਂਦੇ ਹਾਂ ਤੇ ਆਪਣੇ ਆਪ ਹੁੰਦੀਆਂ, ਅਸੀਂ ਕੁਝ ਨਹੀਂ ਕਰਦੇ।
ਅਸੀਂ ਕੁਝ ਕਰਨਾ ਹੈ ਹੀ ਨਹੀਂ, ਅਸੀਂ ਸਿਰਫ ਇਹ ਕਰਨਾ ਹੈ ਕਿ ਸਮਝਣਾ ਹੈ ਗਿਆਨ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਲਾਗੂ ਕਰਨਾ ਹੈ। ਸਮਝਾਂਗੇ ਅਸੀਂ ਤਾਂ ਹੀ, ਉਹ ਜਿਹੜਾ ਅਸੀਂ ਕਹਿੰਦੇ ਆ ਕਿ ਸ਼ਬਦ ਜਿਹੜਾ ਹੈ ਉਹ ਗੁਰੂ ਹੈ। ਸ਼ਬਦ ਗੁਰੂ ਸੁਰਤੋਂ ਚੇਲਾ। ਸ਼ਬਦ ਗੁਰੂ ਹੈ। ਸ਼ਬਦ ਮੀਨਸ ਕਿ ਕੋਈ ਵੀ ਬਾਣੀ ਦਾ ਤੁਕ ਜਾਂ ਟੋਟਲ ਬਾਣੀ ਨੂੰ ਸ਼ਬਦ ਹੀ ਕਿਹਾ ਗਿਆ। ਉਹ ਸ਼ਬਦ ਜਿਹੜਾ ਜਦੋਂ ਉਹਨੂੰ ਮੈਂ ਸਮਝ ਕੇ ਆਪਣੇ ਅੰਦਰ ਧਾਰਨ ਕਰ ਲਿਆ ਹੈ, ਮੇਰਾ ਜੀਵਨ ਸਾਰਾ ਬਦਲ ਗਿਆ। ਹੌਲੀ ਹੌਲੀ ਬਦਲਦਾ ਇੰਨਾ ਬਦਲ ਜਾਂਦਾ ਹੈ ਕਿ ਸਾਰੇ ਜਿਹੜੇ ਸਾਡੀਆਂ ਇਹ ਜਿਹੜੀਆਂ ਡਿਜ਼ਾਇਰਸ ਦੁਨਿਆਵੀ ਨੇ, ਇਹ ਰਿਪਲੇਸ ਹੋ ਜਾਂਦੀਆਂ ਨੇ ਸਾਡੇ ਨਵੀਂ ਜਿਹੜੀ ਹੈਗੀ ਹੈ ਗਿਆਨ ਦੀ ਧਾਰਾ ਉਹਦੇ ਨਾਲ। ਸੋ ਉਹ ਇਹ ਇੱਕ ਤੇ ਰੁਚੀ ਵਾਲਾ ਸੀ। ਸੋ ਗਿਆਨੀ ਜੋ ਸ਼ਬਦ ਲਿਵ ਲਾਈ, ਉਹ ਮੈਂ ਤੁਹਾਡੇ ਨਾਲ ਡਿਸਕਸ ਕਰ ਚੁੱਕੀ ਹਾਂ ਕਿ ਸ਼ਬਦ ਵਿੱਚ ਲਿਵ ਹੀ ਹੈ। ਲਿਵ ਕੀ ਹੈ? ਲਿਵ ਧਿਆਨ ਹੀ ਹੈ। ਧਿਆਨ ਅਸੀਂ ਚਾਹੇ ਵਿਚਾਰ ਕਰ ਰਹੇ ਹਾਂ, ਚਾਹੇ ਅਸੀਂ ਕੀਰਤਨ ਸੁਣ ਰਹੇ ਹਾਂ, ਚਾਹੇ ਅਸੀਂ ਪਾਠ ਕਰ ਰਹੇ ਹਾਂ, ਮਤਲਬ ਉਹਦੇ ਵਿੱਚ ਸ਼ਬਦ ਦੇ ਵਿੱਚ ਸਾਡਾ ਕਿੰਨਾ ਕੁ ਧਿਆਨ ਹੈ। ਉਹਦਾ ਧਿਆਨ ਦਾ ਮਤਲਬ ਕਿ ਉਹਦਾ ਜਿਹੜਾ ਗਹਿਰਾ ਮੀਨਿੰਗ ਹੈ ਉਹ ਮੇਰੇ ਅੰਦਰ ਕਿੰਨਾ ਕੁ ਜਾਏ। ਉਹਦਾ ਜਿਹੜਾ ਗਹਿਰਾ ਮੀਨਿੰਗ ਹੈ ਉਹੀ ਮੇਰੀ ਲਾਈਫ ਚੇਂਜ ਕਰੇਗਾ। ਜੇ ਉਹ ਉੱਤੇ ਹੀ ਇਨਫੋਰਮੇਸ਼ਨ ਨਹੀਂ ਹੈ ਤੇ ਸਿਰਫ ਮਤਲਬ ਇੱਕ ਗਿਆਨ, ਉਤਲਾ ਹੀ ਗਿਆਨ ਹੈ, ਮੇਰੇ ਅੰਦਰ ਨਹੀਂ ਗਿਆ ਤੇ ਮੇਰਾ ਜੀਵਨ ਨਹੀਂ ਬਦਲ ਸਕਦਾ। ਸੋ ਸਾਰੀ ਐਫਰਟ ਹੈਗੀ ਹੈ ਲਿਵ ਮਤਲਬ ਕਿ ਉਹਦੇ ਵਿੱਚ ਟੋਟਲੀ ਖੋ ਜਾਣਾ। ਪਹਿਲਾਂ ਤਾਂ ਰੁਚੀ ਹੈ ਨਾ, ਰੁਚੀ ਹੋਣਾ ਮਤਲਬ ਇੱਕ ਅੰਦਰ ਉਹ ਉੱਠਣੀ, ਇੱਛਾ ਉੱਠਣੀ। ਇਹ ਹੈ ਕਿ ਬਣਨਾ। ਲਿਵ ਮੀਨਸ ਬਣਨਾ। ਹੁਣ ਮੇਰਾ ਜਿਹੜਾ ਧਿਆਨ ਹੈ ਉਹ ਟੋਟਲੀ ਉਧਰ ਲੱਗ ਗਿਆ। ਪਰ ਫਿਰ ਯੂਜਲੀ ਕੀ ਹੁੰਦਾ, ਤੁਹਾਡੇ ਚੱਲਦੇ ਫਿਰਦੇ ਵੀ ਉਹੀ ਅੰਦਰ ਚੱਲਦਾ ਰਹਿੰਦਾ। ਜਦੋਂ ਉਹ ਚੀਜ਼ ਚੱਲੇਗੀ ਤੇ ਦੂਸਰੀ ਚੀਜ਼ ਨੂੰ ਆਉਣ ਵਾਸਤੇ ਤੇ ਫਿਰ ਜਗ੍ਹਾ ਨਹੀਂ ਮਿਲੇਗੀ, ਦੂਸਰਾ ਥਾਟ ਤੇ ਆ ਨਹੀਂ ਸਕੇਗਾ। ਜੇ ਦੂਸਰਾ ਥਾਟ ਕਾਫੀ ਦੇਰ ਨਹੀਂ ਆਏਗਾ, ਉਹੀ ਚੱਲਦਾ ਰਹੇਗਾ, ਤੁਹਾਡੀ ਲਾਈਫ ਇੰਨੀ, ਤੁਹਾਡੀ ਚੇਤਨਤਾ ਇੰਨੀ ਉੱਚੀ ਹੋ ਜਾਏਗੀ ਕਿ ਤੁਹਾਨੂੰ ਹੋਰ ਤਰ੍ਹਾਂ ਦਾ ਜੀਵਨ ਦੇ ਵਿੱਚ ਹੋਰ ਤਰ੍ਹਾਂ ਦਾ ਰਸ ਆਉਣਾ ਸ਼ੁਰੂ ਹੋ ਜਾਏਗਾ। ਸੋ ਅੱਗੇ ਉਹ ਕਹਿੰਦੇ ਨੇ ਕਿ ਪੈ ਕਾਹੂ ਕੋ ਦੇਤ ਨੈ ਪੈ ਮਾਨਤਾਨ, ਕੋ ਨਾਨਕ ਸੁਨ ਰੇ ਮਨਾ ਗਿਆਨੀ ਤੈ ਪਠਾਨ। ਸੋ ਇਹ ਮਤਲਬ ਹੁਣ ਅਸੀਂ ਤੁਕ ਜੇ ਪੜ ਜਾਈਏ ਸਿੱਧੀ ਕੋਈ ਐਸੀ ਗੱਲ ਨਹੀਂ, ਲੇਕਿਨ ਇਹ ਬਹੁਤ ਉੱਚੀ ਗੱਲ ਹੈ। ਇੱਕ ਪਰਮਾਤਮਾ ਦੇ ਭੈ ਤੋਂ, ਪਰਮਾਤਮਾ ਦਾ ਭੈ ਤੇ ਬਹੁਤ ਜ਼ਰੂਰੀ ਹੈ। ਭੈ ਡਜ਼ਨਟ ਮੀਨ ਕਿ ਮੈਨੂੰ ਡਰ ਹੈ, ਮਤਲਬ ਇਹ ਕਿ ਮੈਂ ਕੋਈ ਇਸ ਤਰ੍ਹਾਂ ਦਾ ਕੰਮ ਨਾ ਕਰਾਂ ਜਿਹੜਾ ਕਿ ਪਰਮਾਤਮਾ ਨੂੰ ਮਨਜ਼ੂਰ ਨਹੀਂ, ਜਿਹੜਾ ਉਹਨੂੰ ਅੱਛਾ ਨਹੀਂ ਲੱਗਦਾ ਹੈਗਾ। ਬਟ ਇਹਦੇ ਵਾਸਤੇ ਪਹਿਲਾਂ ਮੈਨੂੰ ਇਹ ਗਿਆਨ ਹੋਣਾ ਬੜਾ ਜ਼ਰੂਰੀ ਹੈ ਕਿ ਠੀਕ ਹੈ ਕਿ ਗਲਤ ਹੈ, ਪਰਮਾਤਮਾ ਨੂੰ ਕੀ ਅੱਛਾ ਲੱਗਦਾ ਹੈਗਾ ਵੇ। ਸੋ ਮੈਂ ਜੇਕਰ ਮੈਂ ਆਪ ਨੇ ਕਿਸੇ ਨੂੰ, ਮੈਂ ਨਹੀਂ ਭੈ ਵਿੱਚ ਆਂਦਾ ਤੇ ਮੈਂ ਕਿਸੇ ਨੂੰ ਵੀ ਭੈ ਨਹੀਂ ਦਿਆਂਗਾ। ਜੇ ਮੈਂ ਆਪ ਹੀ ਹਰ ਵੇਲੇ ਡਰ ਵਿੱਚ ਰਹਿਣਾ ਵਾਂ ਤੇ ਨੈਚੁਰਲੀ ਜਿਹੜੇ ਲੋਕੀ ਮੇਰੇ ਅਰਾਊਂਡ ਹੋਣਗੇ ਉਹ ਵੀ ਡਰ ਵਿੱਚ ਰਹਿਣਗੇ। ਸੋ ਇਹ ਅਸੀਂ ਦੇਖਿਆ ਸੀ, ਅਸੀਂ ਜਪਜੀ ਸਾਹਿਬ ਦੇ ਵਿੱਚ ਪੜਿਆ ਸੀ ਤੇ ਉਹ ਮੈਂ ਕਿਹਾ ਸੀ ਦੋ ਲਫ਼ਜ਼ਾਂ ਤੇ ਅਸੀਂ ਬੜਾ ਜ਼ੋਰ ਦੇਣਾ, ਨਿਰਭਉ ਨਿਰਵੈਰ। ਕਹਿਣ ਨੂੰ ਇਹ ਬੜੇ ਸਿੰਪਲ ਵਰਡ ਨੇ, ਬਟ ਇਹਦੇ ਵਿੱਚ ਸਮੁੰਦਰ ਛੁਪਿਆ ਹੋਇਆ। ਇੱਕ ਇਨਸਾਨ ਦੇ ਅੰਦਰ ਦੋ ਮੇਨ ਡਰ ਨੇ, ਦੋ ਮੇਨ ਕੁਆਲਿਟੀਜ਼ ਨੇ। ਇੱਕ ਵੇ ਫੀਅਰ ਦੀ, ਇੱਕ ਵੇ ਪਿਆਰ ਦੀ, ਲਵ ਦੀ। ਫੀਅਰ ਜਿਹੜਾ ਹੈ ਭਾਵੇਂ ਅਸੀਂ ਰਿਅਲਾਈਜ਼ ਕਰੀਏ ਨਾ ਕਰੀਏ, ਪਰ ਅਸੀਂ ਸਾਰਾ ਵਕਤ ਕਿਸੇ ਨਾ ਕਿਸੇ ਫੀਅਰ ਵਿੱਚ ਰਹਿੰਦੇ। ਫਿਰ ਜੋ ਕੋਈ ਬਿਮਾਰ ਹੋ ਗਿਆ, ਬਜਾਏ ਇਸਦੇ ਕਿ ਇਹ ਸੋਚਣ ਦੇ ਕੁਝ ਨਹੀਂ ਹੁੰਦਾ, ਮੈਨੇ ਮੈਨੇਜ ਕਰਨਾ ਹੈ, ਪਰਮਾਤਮਾ ਉੱਥੇ ਪਰਮਾਤਮਾ ਹੈ, ਸਭ ਕੁਝ ਠੀਕ ਹੋਏਗਾ। ਇੱਕ ਵੇ ਹੁਣ ਕੀ ਹੋਏਗਾ, ਹੁਣ ਇਹ ਵੀ ਹੋ ਸਕਦਾ, ਇਹ ਵੀ ਹੋ ਸਕਦਾ, ਬਿਮਾਰੀ ਜ਼ਿਆਦਾ ਹੀ ਵੱਧ ਸਕਦੀ ਹੈ। ਤਾਂ ਸਿਮਿਲਰਲੀ ਮੈਂ ਤੁਹਾਨੂੰ ਦੱਸਣੀ ਕਿ ਜਿਹੜੇ ਫੋਨ ਆਉਂਦੇ ਨੇ ਮੈਨੂੰ ਇੰਡੀਆ ਤੋਂ, ਉਹੀ ਆਉਂਦੇ ਨੇ ਕਿ after COVID people has gone into depression and people are doing suicide. Fear, ਇੰਨਾ fear ਕਿ ਹੁਣ ਕੀ ਹੋਏਗਾ, ਹੁਣ ਕੀ ਹੋਏਗਾ, ਹੁਣ ਕੀ ਹੋਏਗਾ। ਮੇਰੇ ਆਪਣੇ ਰਿਸ਼ਤੇਦਾਰ ਨੇ ਜਿਹੜੇ ਕਿ ਬੜੀਆਂ ਪੜ੍ਹੀਆਂ ਲਿਖੀਆਂ ਲੜਕੀਆਂ, ਬਹੁਤ ਉੱਚੀਆਂ ਨੌਕਰੀਆਂ ਤੇ has gone into this fear, ਔਰ ਉਹਨਾਂ ਦੇ ਅੰਦਰੋਂ ਜਾ ਨਹੀਂ ਰਿਹਾ, has gone into depression. ਸੋ fear ਉਦੋਂ ਹੁੰਦਾ ਹੈ ਜਦੋਂ ਪਰਮਾਤਮਾ ਤੇ ਵਿਸ਼ਵਾਸ ਨਾ,
ਜਦੋਂ ਬੰਦਾ ਕਹੇ ਮੈਂ ਕਰ ਰਿਹਾ ਮੈਂ ਸਭ ਕੁਝ, ਜਦੋਂ ਇਹ ਪਤਾ ਲੱਗ ਜਾਏ ਕਿ ਮੈਂ ਤੇ ਕਰ ਹੀ ਨਹੀਂ ਰਿਹਾ, मैं करन वाला कौन, I'm not the doer, मैं करता करना मैं नहीं जाहो करे ना, मैं से जो मैं करना हो तो को हो ही नहीं सकता। ये तो शरीर है, अंदर तो वही बस रहा, करन वाला तो वही करते वही रहा, पर मैं सोचना मैं कर रही। सारी वीकनेस जेडी ह्यूमन बीइंग दी है मैं दी, क्योंकि वो मैं तो छुटकारा नहीं पा सकता, छुटकारा पाया भी नहीं जाता जिन्ना चਿਰ बहुत गहराई नाल ਅਸੀਂ ਬਾਣੀ ਨੂੰ ਨਾ ਸਮਝੀਏ। क्योंकि ਅਸੀਂ ਉੱਤੋਂ ਉੱਤੋਂ ਭਾਵੇਂ ਕਹਿ ਦਈਏ परमात्मा सब कुछ कर रहा है, वो बाहर भी अंदर है, बट वो अजे इस्टैबलिश तो नहीं होया ना, वो अजे अंदर फिक्स तो नहीं ना होया, वो भाव अजे अनुभव विच नहीं बनया। एक्चुअली मेन चीज है वो भाव अनुभव विच आए, मैं नहीं कर रहा वो ही कर रहा, एंड जो भी सारा कुछ ओदे विच ही हो रहा है, और मैं ओदे विच ही जी रहा, ओदे विच ही रह रहा। तुहानूं पता ना ਜਦੋਂ अर्जुन ने कृष्ण ने कहा सी कि तू चीज की मैनू समझ नहीं आती, मैं तो तेनू समझना, तू मेरा दोस्त है। ते फिर उन्हें मुंह खोलिया ते उन्हें देखा कि सारा ब्रह्मांड ओदे मुंह विच। एक एग्जाम्पल है कि ये जिहड़ा सारा ब्रह्मांड है ये परमात्मा दे विच हैगा। सो जे मैं परमात्मा दे विच रह रहा, मेरे अंदर भी है बाहर भी, तो मैं डरा क्यों? तू एक जो तू भावे साई पल्ली कर, मैं एक्सेप्ट करना जो तू करना, क्योंकि तू गलत कर ही नहीं सकता, तू जो करेगा ठीक ही होना। बट फिर ये है कि मैं तो हाँ क्लीयर नहीं किया फीयर दा, कि जदों असी फीयर विच हुन्ने आ ते असी श्रिंक हुन्ने आ, असी सुकड़ जाने आ, असी फीयर नाल सुकड़ जाने आ। ਜਦੋਂ ਅਸੀਂ ਪਿਆਰ ਵਿੱਚ ਹੁੰਨੇ ਆ, ਲਵ ਵਿੱਚ ਹੁੰਨੇ ਆ, ਜਦੋਂ ਪਰਮਾਤਮਾ ਨਾਲ ਪਿਆਰ ਕਰਨ ਲੱਗਦੇ ਆ, ਸਾਡੇ ਮਨ ਵਿੱਚ ਸਾਰੀ ਦੁਨੀਆ ਵਾਸਤੇ ਪਿਆਰ ਉਮੜ ਪੈਂਦਾ। ਜਦੋਂ ਅਸੀਂ ਪਿਆਰ ਵਿੱਚ ਹੁੰਨੇ ਆ, ਅਸੀਂ ਇੰਨੇ ਐਕਸਪੈਂਡ ਹੁੰਨੇ ਆ, ਅਸੀਂ ਇੰਨੇ ਖੁੱਲ ਜਾਂਦੇ ਆ ਕਿ ਸਾਨੂੰ ਸਾਰੀ ਦੁਨੀਆ ਚੰਗੀ ਲੱਗਣ ਲੱਗ ਪੈਂਦੀ, ਸਾਨੂੰ ਕੁਝ ਬੁਰਾ ਹੀ ਨਹੀਂ ਲੱਗਦਾ। ਕੁਝ ਆ ਰਿਹਾ ਜਾ ਰਿਹਾ ਦੁੱਖ, ਉਹ ਸਾਰਾ ਕੁਝ ਇਸ ਤਰ੍ਹਾਂ ਲੱਗਦਾ ਜਿੰਨੇ ਦਿੱਤਾ ਉਹੀ ਇਹਨੂੰ ਪੱਟੇਗਾ। ਬਟ ਇਹ ਜ਼ਰੂਰ ਹੈ ਕਿ ਮੈਂ ਬੈਠ ਨਹੀਂ ਰਹਿਣਾ, ਮੈਨੂੰ ਉਹਨੇ ਜਿਹੜੀ ਅਕਲ ਦਿੱਤੀ ਹੈ, ਬੁੱਧੀ ਦਿੱਤੀ, ਉਹਨੂੰ ਮੈਂ ਵਰਤਣਾ, ਉਹਨੂੰ ਵਰਤ ਕੇ ਫਿਰ ਜੋ ਰਿਜ਼ਲਟ ਹੈ ਉਹਨੂੰ ਐਕਸੈਪਟ ਕਰਨਾ। ਪਰ ਮੈਂ ਆਪਣੀ ਪੂਰੀ ਮਿਹਨਤ, ਆਪਣਾ ਪੂਰਾ ਜ਼ੋਰ, ਆਪਣੇ ਸਾਰਾ ਇੰਟੈਲੀਜੈਂਸ ਉਹਦੇ ਤੇ ਲਗਾਣਾ। ਸੋ ਫੀਅਰ ਜਿਹੜਾ, ਭੈ ਜਿਹੜਾ ਪਰਮਾਤਮਾ ਤੋਂ ਬਿਨਾ ਹੋਰ ਕਿਸੇ, ਪਰ ਜਦੋਂ ਸਾਨੂੰ ਇੱਕ ਵਾਰੀ ਪਰਮਾਤਮਾ ਦਾ ਭੈ ਹੋਏਗਾ ਨਾ, ਫਿਰ ਸਾਨੂੰ ਹੋਰ ਕਿਸੇ ਦਾ ਭੈ ਹੋਏਗਾ ਵੀ ਨਹੀਂ, ਕਿਉਂਕਿ ਮੈਨੂੰ ਇਹ ਪਤਾ ਹੈ ਮੇਰਾ ਫੇਥ ਉਹਦੇ ਤੇ ਵੇ, ਜੋ ਕਰੇਗਾ ਠੀਕ ਕਰੇਗਾ ਔਰ ਜ਼ਰੂਰ ਠੀਕ ਕਰੇਗਾ। ਹੁਣ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਮਿਸਾਲ ਆਪਣੀ ਦੇਣੀ ਆ, ਕਿਉਂਕਿ ਮੈਂ ਐਕਚੁਅਲੀ ਪਰਸਨਲ ਮਿਸਾਲਾਂ ਦੇਣੀਆਂ ਨਹੀਂ ਚਾਹੀਦੀਆਂ, ਪਰ ਮੈਂ ਤਾਂ ਦੇਣੀ ਆ ਕਿਉਂਕਿ ਇਟਸ ਮੋਰ ਕਨਵਿੰਸਿੰਗ ਜਦੋਂ ਕਿ ਤੁਸੀਂ ਕਿਸੇ ਦੇ ਨਾਲ ਵਰਤੀਏ। ਨਹੀਂ ਤੇ ਜੇ ਐਗਜ਼ਾਮਪਲ ਤੁਸੀਂ ਬਾਹਰੋਂ ਕਿਤੇ ਪਤਾ ਨਹੀਂ ਹੁੰਦਾ। ਮੈਂ ਤੁਹਾਨੂੰ, ਮੇਰੇ ਖਿਆਲ ਮੈਂ ਇੱਕ ਤੁਹਾਨੂੰ ਪਤਾ ਵੀ ਹੈ ਕਿ ਮੈਨੂੰ ਨਾ ਲੈਫਟ ਸਾਈਡ ਤੇ ਬੜੀ ਜ਼ਿਆਦਾ ਦਰਦ ਹੋਣੀ ਸ਼ੁਰੂ ਹੋ ਗਈ ਸੀ ਛਟੇਗਾ ਦੀ, ਕਿਉਂਕਿ ਮੈਨੂੰ ਆਰਥਰਾਈਟਿਸ ਬੜਾ ਪੁਰਾਣਾ। तो पहला मैंने एक बार राइट साइड पे हुई थी, तो बड़ा लंबा टाइम नहीं थी ठीक है। So this time it happened and I was quite in trouble. पर मैंने चिंता नहीं लगी, मुझे हमेशा चिंता, यूजुअली लाइफ में चिंता नहीं लगी। और मैंने ये पता सी कि ऐसा कोई इलाज नहीं है, ये तो मेरे जो लंबर भी ट्रबल ने उन्होंने गड़बड़ इस करके इट विल कंटिन्यू। सो मैं आई साइड मैं इहदे नाल एडजस्ट करना है। सो मतलब मैं थोड़ा पोस्चर बदलिया कुछ इस तरह। यूली सरप्राइज कि एक महीने में मैं परफेक्टली ठीक हो गई, परफेक्टली। कैन यू बिलीव इट? दो चीज़ां, एक ये फीलिंग कि जो है ये होना सी, चिंता दी लोड़। सैकेंड, जे अंदर तुहाडे पॉजिटिव एनर्जी है, तुसी पॉजिटिव ही सोच दो, ये सोच दो कि वो है, वो आपे करेगा, जो करेगा ठीक करेगा। ਤੁਹਾਡੇ ਸੈਲਸ ਜਿਹੜੇ ਨੇ ਇੰਨੇ ਇੰਟੈਲੀਜੈਂਟ ਹੈ, ਉਹ ਤੁਹਾਡੇ ਅੰਦਰ ਵਰਕ ਕਰਨਾ ਸ਼ੁਰੂ ਕਰ ਦੇਣ। ਬਿਮਾਰੀ ਤੁਹਾਡੀ ਅੱਗੇ ਨਾਲੋਂ ਘਟ ਜਾਏਗੀ, ਹੋ ਸਕਦਾ ਬਿਲਕੁਲ ਖਤਮ ਹੋ ਜਾਏ, ਹੋ ਸਕਦਾ ਘਟ ਜਾਏ, ਤੁਹਾਨੂੰ ਤਰੀਕੇ ਦੱਸਣਗੇ ਕਿ ਤੁਸੀਂ ਜੀਣਾ ਕਿਸ ਤਰ੍ਹਾਂ। ਸੋ ਦਿਸ ਇਜ਼ ਵਨ ਐਗਜ਼ਾਮਪਲ, ਦਾ ਹੋਲ ਲਾਈਫ ਇਜ਼ ਲਾਈਕ ਦੈਟ। ਅਸੀਂ ਹੁਣ ਇਸ ਗਿਆਨ ਦਾ ਲਾਭ ਦੇਵੇ ਕਿ ਅਸੀਂ ਆਪਣੀ ਸੋਚ ਉੱਥੋਂ ਤੱਕ ਲੈ ਕੇ ਜਾਣਾ। ਸੋ ਜੇ ਸਾਡੀ ਸੋਚ ਉੱਥੋਂ ਤੱਕ ਇੱਕ ਵਾਰੀ ਪਹੁੰਚ ਜਾਵੇ, ਫਿਰ ਇੱਕ ਚੀਜ਼ ਤੇ ਨਹੀਂ, ਫਿਰ ਹਰ ਚੀਜ਼ ਤੇ ਸਾਡੀ ਸੋਚ ਉਸ ਤਰ੍ਹਾਂ ਕੰਮ ਕਰੇ। ਇਹ ਨਹੀਂ ਕਿ ਇੱਕ ਚੀਜ਼ ਤੇ ਕੀਤੀ
ਸਾਡੀ ਲਾਈਫ ਸਾਰੀ ਉਹ ਸੋਚ ਤੇ ਇੱਕ ਸਾਡਾ ਸਟਾਈਲ, ਇੱਕ ਤਰੀਕਾ ਬਣਦਾ ਹੈ ਉਹ ਸੋਚ ਦਾ। ਫਿਰ ਮਤਲਬ ਲਾਈਫ ਜਿਹੜੀ ਹੈ ਅੱਗੇ ਨਾਲੋਂ ਜਿੰਨੀ ਬਦਲੇਗੀ ਉਹ ਤੁਸੀਂ ਮੈਂ ਐਕਸਪਲੇਨ ਨਹੀਂ ਕਰ ਸਕਦੀ। ਇਹ ਅਨੁਭਵ ਕੀਤਾ ਜਾ ਸਕਦਾ, ਐਕਸਪੀਰੀਅੰਸ ਕੀਤਾ ਜਾ ਸਕਦਾ। ਫਿਰ ਇਹ ਵੀ ਹੈ ਕਿ ਤੁਸੀਂ ਕਿੰਨੇ ਜਿਹੜੇ ਤੁਹਾਨੂੰ ਐਕਸਪੀਰੀਅੰਸ ਹੋਣਗੇ ਉਹ ਇੰਨੇ ਇੰਟਰਸਟਿੰਗ ਹੋਣਗੇ ਕਿ ਇੱਕ ਤੁਸੀਂ ਕਹੋਗੇ ਕਿ ਆਈ ਕੈਨਟ ਬਿਲੀਵ ਕਿ ਇਹ ਵੀ ਇਸ ਤਰ੍ਹਾਂ ਹੋ ਸਕਦਾ, ਹਾਊ ਇਟ ਇਜ਼ ਹੈਪਨਿੰਗ। ਜਿਸ ਮੈਂ ਤੁਹਾਨੂੰ ਐਕਸਪਲੇਨ ਨਹੀਂ ਕਰ ਸਕਦੀ, ਮੇਰੇ ਕੋਲ ਵਰਡ ਵੀ ਨਹੀਂ ਹੈਗੇ ਕਿ ਇਸ ਤਰ੍ਹਾਂ ਦੇ ਮੈਜੀਕਲ ਐਕਸਪੀਰੀਅੰਸ ਹੁੰਦੇ ਨੇ। ਥੀਸ ਆਰ ਦਾ ਮਿਸਟੀਕਲ, ਕਿਉਂਕਿ ਇਟਸ ਮੈਟਾਫਿਜ਼ੀਕਲ ਸਾਇੰਸ, ਨਾਟ ਫਿਜ਼ੀਕਲ ਸਾਇੰਸ। ਕਿ ਜੋ ਹੁੰਦਾ ਇਹ ਤੁਹਾਡੇ ਅੰਦਰਲੇ ਅਨੁਭਵ ਦੇ ਨਾਲ ਕਨੈਕਟ, ਤੁਹਾਡੇ ਬਾਹਰ ਦੇ ਅਨੁਭਵ ਨਾਲ ਨਹੀਂ। ਬਾਹਰ ਦਾ ਅਨੁਭਵ ਬਿਲਕੁਲ ਫਰਕ ਹੈ, ਅੰਦਰ ਦਾ ਅਨੁਭਵ ਬਿਲਕੁਲ ਫਰਕ ਹੈ। ਸੋ ਮੇਰਾ ਖਿਆਲ ਹੈ ਵੈਸੇ ਇਹ ਟੌਪਿਕ ਅਸੀਂ ਅੱਗੋਂ ਵੀ ਮੇਰਾ ਖਿਆਲ ਹੈ ਕੰਟੀਨਿਊ ਕਰਾਂਗੇ। ਜੇ ਮਟੀਰੀਅਲ ਤੇ ਮੇਰੇ ਕੋਲ ਬਹੁਤ ਹੈ, ਪਰ ਅਸੀਂ ਹੁਣ ਖਤਮ ਕਰਾਂਗੇ ਕਿਉਂਕਿ ਟਾਈਮ ਹੋ ਗਿਆ। ਹੁਣ ਮੈਂ ਇੱਕ ਤੇ ਪੁੱਛਾਂਗੀ ਕਿ ਕੱਲ ਪੂਰਨਮਾਸ਼ੀ ਸੀ, ਕਿੰਨੇ ਲੋਕਾਂ ਨੇ ਲਾਭ ਉਠਾਇਆ। ਦੂਸਰਾ ਇਹ ਤੁਹਾਨੂੰ ਇਹਦੇ ਵਿੱਚ ਜੇ ਕੋਈ ਸਵਾਲ ਹੈ ਤੇ ਉਹ ਤੁਸੀਂ ਕਰੋ। ਆਂਟੀ ਕਿਹੜੀ ਤੁਸੀਂ ਤੁਕ ਬੋਲੀ ਨਾ, ਮਨ ਮੇਰੇ ਵਸਤ ਨਿਧਾਨ ਹੈ, ਉਹਦੇ ਤੋਂ ਅੱਗੇ ਕੀ ਹੈ? ਅੰਦਰ ਤੇਰੇ ਨਿਧਾਨ ਹੈ, ਤੂੰ ਬਾਹਰ ਵਸਤ ਨਾ ਪਾਲ, ਬਾਹਰ ਵਸਤ ਨਾ ਪਾਲ। ਕੱਲ ਲੋਕੀ ਬੈਠੇ ਨੇ ਕੁਛ ਧਿਆਨ ਤੇ, ਕੱਲ ਸ਼ਾਮੀ, ਕੱਲ ਬੜੀ ਬਹੁਤ ਸਟਰੋਂਗ એનર્ਜੀ ਸੀ, ਆਈ ਨੋਟਡ, ਬਹੁਤ ਸਟਰੋਂਗ એનર્ਜੀ। ਸੋ ਕਿੰਨੇ ਲੋਕੀ ਬੈਠੇ ਨੇ? ਕੁਛ ਤੇ ਲੋਕੀ ਬੈਠੇ ਹੋਣਗੇ ਜ਼ਰੂਰ, ਪੱਕਾ। ਹਾਂਜੀ ਆਂਟੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਕਮਲ ਜੀ। ਹਾਂਜੀ, ਮੈਨੂੰ ਨਾ ਧਿਆਨ ਆਇਆ ਸੀ ਰਾਤੀ 11 ਵਜੇ ਤੇ ਮੈਨੂੰ ਸਡਨਲੀ ਕੋਈ ਮੈਸੇਜ ਆਇਆ ਤੇ ਮੈਨੂੰ ਪਤਾ ਲੱਗਿਆ ਕਿ ਉਹ ਅੱਜ ਪੂਰਨਮਾਸ਼ੀ ਸੀ। ਸੋ ਬੜੀ ਮੈਨੂੰ ਨੀਂਦ ਆਈ ਹੋਈ ਸੀ ਉਸ ਟਾਈਮ, ਬਿਕੋਜ਼ ਯੂ نو ਆਈ ਹੈਡ ਅ ਵੈਰੀ ਬਿਜ਼ੀ ਡੇ। ਬਟ ਫਿਰ ਵੀ ਮੈਂ ਥੋੜੀ ਦੇਰ ਬੈਠੀ ਹਾਂ ਤੇ ਫਿਰ ਮੈਂ ਉਸ ਤੋਂ ਬਾਅਦ ਲੇਟ ਗਈ ਹਾਂ, ਬਿਕੋਜ਼ ਆਈ ਹੈਡ ਨੋ એનર્ਜੀ ਐਟ that time, but I did feel ਕਿ ਮੇਰੀ concentration level was better, even though I was very tired and I didn't have the energy to do it for like 2 hours, like ਜਿਸ ਤਰ੍ਹਾਂ ਤੁਸੀਂ ਪਿਛਲੀ ਵਾਰੀ ਡਿਸਕਸ ਕਰ ਰਹੇ ਸੀ। so ਮੈਂ I think 11 ਤੋਂ I would say 11:45 ਵਜੇ ਤੱਕ, ਫਿਰ ਉਸ ਤੋਂ ਬਾਅਦ ਮੇਰੀ ਨੀਂਦ ਲੱਗ ਗਈ। but ਮੈਨੂੰ ਬਹੁਤ it was very different feeling. I can share that. Very good, but let me clarify, it's not important for 2 hours, it's 1 hour enough, it's between 11 to 1। ਮੈਂ ਇਹ ਕਹਿਣਾ ਚਾਹੁੰਦੀ ਸੀ, ਮੇਰੇ ਹਾਲੇ ਸ਼ਾਇਦ ਥੋੜੀ ਗਲਤੀ ਲੱਗੀ। 1 ਘੰਟਾ ਬਹੁਤ ਹੁੰਦਾ ਹੈ, ਠੀਕ ਹੈ। ਤੁਸੀਂ ਮਤਲਬ ਮੈਂ ਤੁਹਾਨੂੰ ਦੱਸ ਰਹੀ ਕਿ ਟਾਈਮ ਇਹ ਜਿਹੜਾ ਇਹ ਠੀਕ ਹੈਗਾ, ਪਰ એનર્ਜੀ ਵਾਸ ਸੋ ਸਟਰੋਂਗ, ਕਿਉਂਕਿ ਜੇ ਤੁਸੀਂ ਮੈਡੀਟੇਸ਼ਨ ਸ਼ੁਰੂ ਕਰਨਾ ਚਾਹੋ, ਧਿਆਨ ਲਾਣਾ ਚਾਹੋ, ਤੇ ਇਹ ਬੈਸਟ ਟਾਈਮ ਹੁੰਦਾ। ਸੋ ਇਹਦੇ ਵਿੱਚ ਮਤਲਬ ਇੱਕ ਬੜਾ ਥੋੜਾ ਜਿਹਾ ਮਨ ਦੇ ਵਿੱਚ ਇਹ ਹੁੰਦਾ ਕਿ ਕਰਨਾ ਕਿਸ ਤਰ੍ਹਾਂ। ਤੁਸੀਂ ਸ਼ਬਦ ਲਗਾ ਲਓ, ਤੁਸੀਂ ਵਾਹਿਗੁਰੂ ਵਾਹਿਗੁਰੂ ਲਗਾ ਲਓ, ਕੁਛ ਲਗਾ ਲਓ, ਧਿਆਨ ਆਪਣਾ ਤੁਸੀਂ ਅੰਦਰ ਲੈ ਜਾਓ। ਯੂ ਆਰ ਵਨ, ਮਤਲਬ ਤੁਸੀਂ ਅੰਦਰ ਹੀ ਜਿਵੇਂ ਚੱਲਣਾ ਸ਼ੁਰੂ ਹੋ ਗਿਆ। ਤੋ ਸਿਰਫ ਬੈਠੋ ਨਾ, ਵੈਸੇ ਨਾ ਬੈਠੋ, ਕਿਉਂਕਿ ਧਿਆਨ ਨਹੀਂ ਲੱਗਦਾ। ਫਿਰ ਜੇ ਸਿਰਫ ਵੈਸੇ ਬੈਠੇ ਫਿਰ ਧਿਆਨ ਇੱਧਰ ਉੱਧਰ ਜਾਂਦਾ। ਤੁਸੀਂ ਸ਼ਬਦ ਲਗਾ ਲਓ, ਵਾਹਿਗੁਰੂ ਵਾਹਿਗੁਰੂ ਲਗਾ ਲਓ, ਕੁਛ ਲਗਾ ਲਓ ਜੋ ਤੁਹਾਨੂੰ, ਜਿਹਦੇ ਨਾਲ ਤੁਹਾਡੀ ਕੌਨਸੈਂਟਰੇਸ਼ਨ ਬਣਦੀ ਹੈ। ਸੋ ਇਹ ਇੱਕ ਦਿਨ ਨਹੀਂ, ਇਹ ਅੱਜ ਵੀ ਹੋਏਗਾ। ਇੱਕ ਦਿਨ ਪਹਿਲਾਂ, ਇੱਕ ਦਿਨ ਪਿੱਛੋਂ ਵੀ ਕਾਫੀ ਹੁੰਦਾ, 2 ਦਿਨ ਪਹਿਲਾਂ 2 ਦਿਨ ਪਿੱਛੋਂ ਵੀ ਹੁੰਦਾ, ਬਟ ਥੋੜਾ ਥੋੜਾ ਘਟਦਾ ਜਾਂਦਾ। ਪਰ ਅੱਜ ਵੀ ਹੋਏਗਾ, ਜਿਹੜੇ ਲੋਕੀ ਬੈਠਣਾ ਚਾਹਣ ਅੱਜ ਵੀ ਬੈਠ ਸਕਦੇ ਹੈਗੇ। ਔਰ ਜੇ ਤੁਸੀਂ ਅੱਧਾ ਘੰਟਾ ਵੀ ਬੈਠੋ ਤਾਂ ਵੀ ਠੀਕ ਹੈ, ਜ਼ਰੂਰੀ 2 ਘੰਟੇ ਤੇ ਬਿਲਕੁਲ ਨਹੀਂ ਬੈਠਾ ਜਾਂਦਾ ਕਿਸੇ ਕੋਲੋਂ ਵੀ। 1 ਘੰਟਾ ਤੇ ਬਹੁਤ ਹੁੰਦਾ, ਅੱਧਾ ਘੰਟਾ ਵੀ ਬਹੁਤ ਹੈ। ਸ਼ੁਰੂ ਤੇ ਅੱਧਾ ਘੰਟਾ ਵੀ ਠੀਕ ਹੈਗਾ, ਪਰ ਜਿੰਨਾ ਚਿਰ ਤੁਸੀਂ ਬੈਠ ਸਕੋ। ਬਟ ਇਹ ਤੁਹਾਨੂੰ ਫਿਰ ਕੀ ਹੈ ਕਿ ਇਹ ਤੁਹਾਨੂੰ ਫਿਰ ਨਾ ਡੀਪਰ ਲੈ ਜਾਏਗਾ, ਡੀਪਰ ਆਪਣਾ ਚੇਤਨਾ ਲੈਵਲ ਤੇ ਲੈ ਜਾਏਗਾ। ਸੋ ਆਈ ਥਿੰਕ ਕਿ ਤੁਸੀਂ ਅੱਗੋਂ ਜ਼ਰੂਰ ਲਾਭ ਉਠਾਓ। ਮੈਂ ਵੀ ਬੈਠੀ ਸੀ ਭੈਣ ਜੀ, ਕੱਲ ਮੈਂ ਨਿਊਜ਼ ਸੁਣ ਰਹੀ ਸੀ, ਕਹਿੰਦੇ ਸੀ ਦਿਸ ਇਜ਼ ਟੁਡੇ ਸਪੈਸ਼ਲ ਪਿੰਕ ਫੁੱਲ ਮੂਨ। ਸੋ ਦੈਟ ਇਜ਼ ਅਨਦਰ ਥਿੰਗ। ਮੈਂ ਦੇਖਿਆ ਸੀ ਉਹਦੇ ਆਸ-ਪਾਸ ਆਗੇ ਪਿੰਕ ਸੀ, ਐਂਡ ਦੈਨ ਆਈ ਕੁਡ ਸਿਟ ਫॉर ਐਨ ਆਵਰ। ਮੇਰੇ ਵਿੰਡੋ ਚ ਇੱਕਦਮ ਜਿਸ ਤਰ੍ਹਾਂ ਆਈ ਕੁਡ ਸਿਟ, ਸੌਰੀ ਦਿਖਦਾ ਸੀ ਬਿਲਕੁਲ, ਚਾਨਣਾ ਵੀ ਇੰਨਾ ਸੋਹਣਾ ਆ ਰਿਹਾ ਸੀ। ਮੈਂ ਬੈਠੀ ਰਹੀ ਘੰਟਾ ਧਿਆਨ ਲਾ ਕੇ, ਤੇ ਇਟ ਰੀਲੀ ਫੈਲਟ ਗੁੱਡ। ਯਾ ਸੋ ਅੱਜ ਵੀ ਬੈਠਾਂਗੀ ਮੈਂ। ਸੋ ਬੜਾ ਸੋਹਣਾ। I think ਉਹਨੂੰ ਕਹਿੰਦੇ ਨੇ ਸਟ੍ਰਾਬੇਰੀ ਮੂਨ। Yeah, that is, you're right, Kamal. Yeah. I'm so happy.
Yeah, it बहुत was अच्छा, very pretty and very moving, nice, I think. so beautiful. I really appreciate. ਬਟ ਭੈਣ ਜੀ ਜੋ ਤੁਸੀਂ ਸ਼ਬਦ ਦੀ ਗੱਲ ਕਰ ਰਹੇ ਸੀ ਨਾ, ਸੋ ਕੱਲ ਸਵੇਰੇ ਸੰਗਤ ਵਿੱਚ ਮੇਰੀ ਵਾਰੀ ਸੀ ਸ਼ਬਦ ਗਾਣ ਦੀ, ਤੇ ਉਹ ਸ਼ਬਦ ਹੀ ਮੇਰੇ ਮਨ ਵਿੱਚ ਚੱਲ ਰਿਹਾ ਸੀ for some reason and I was just focusing on that only. ਉਹ ਆਪਣੇ ਆਪ ਹੀ ਆਈ ਜਾ ਰਿਹਾ ਸੀ, like I didn't even know ਕਿ ਮੈਂ ਗਾ ਰਹੀ ਹਾਂ, you know. It just happened that way. ਬਿਲਕੁਲ ਬਿਲਕੁਲ, ਤੁਸੀਂ ਇਹ ਦੇਖੋਗੇ ਮਤਲਬ ਇਹਦਾ ਕੋਈ ਜਵਾਬ ਨਹੀਂ ਹੈਗਾ। this is called metaphysical, this is mystical science, ਜਿਹਦਾ ਕੋਈ ਜਵਾਬ ਨਹੀਂ। ਜੇ ਤੁਸੀਂ ਪ੍ਰੈਕਟਿਸ ਕਰੋ ਤੇ ਜਿਹੜੇ ਅਨੁਭਵ ਤੁਹਾਨੂੰ ਹੁੰਦੇ ਨੇ ਔਰ ਜਿਸ ਤਰ੍ਹਾਂ ਹੁੰਦੇ ਨੇ ਉਹਦਾ ਕੋਈ ਜਵਾਬ ਨਹੀਂ। ਸੋ ਉਹ ਜਿਉਂ ਤੁਸੀਂ ਅੰਦਰ ਜਾਓਗੇ ਨਾ, ਜਿਉਂ ਅੰਦਰ ਜਾਓਗੇ ਤਿਉਂ ਤੁਸੀਂ ਦੇਖੋਗੇ ਕਿ ਹੋਰ ਦਰਵਾਜ਼ੇ ਖੁੱਲਦੇ ਨੇ, ਹੋਰ ਖੁੱਲਦੇ ਨੇ। There are doors after doors after doors. ਜਿਉਂ ਦਰਵਾਜ਼ੇ ਖੁੱਲਦੇ ਨੇ ਤਿਉਂ ਲਾਈਟ ਹੋਰ ਆਉਂਦੀ ਹੈ। And this is a very beautiful way. So ਜਦੋਂ ਤੁਸੀਂ ਬੈਠਣਾ ਸ਼ੁਰੂ ਕਰ ਦਿੱਤਾ ਨਾ, you will have very good effect on not only your concentration, it will deepen the ਅਨੁਭਵ, your ਜਿਹੜਾ ਅਨੁਭਵ ਹੈ ਉੱਤੇ ਨਹੀਂ ਰਹੇਗਾ, ਇਹ ਬਹੁਤ ਗਹਿਰਾ ਚਲਾ ਜਾਏਗਾ। ਫਿਰ ਕੀ ਹੈ ਕਿ ਭਾਵੇਂ ਤੁਸੀਂ ਕਰ ਰਹੇ ਹੋ ਭਾਵੇਂ ਨਹੀਂ ਕਰ ਰਹੇ, it will remain with you, ਤੁਸੀਂ ਉਹਦੀ ਯਾਦ ਹੀ ਜਿਹੜੀ ਤੁਹਾਡੇ ਨਾਲ ਰਹੇਗੀ। ਔਰ ਜਿਉਂ ਤੁਸੀਂ ਇਹਨਾਂ ਚੀਜ਼ਾਂ ਵਿੱਚ ਜ਼ਿਆਦਾ ਰਹੋਗੇ, it will be part of you, you will become that only. It's very good. ਹੋਰ ਕਿਸੇ ਦਾ ਕੋਈ ਮੈਨੂੰ ਪੁੱਛਣਾ ਸੀ ਕਿ is it important ਕਿ ਤੁਸੀਂ ਬੈਠੋ ਕਿ ਤੁਸੀਂ ਲੇਟ ਵੀ ਸਕਦੇ ਹੋ ਤਾਂ ਵੀ ਕਨਸੈਂਟਰੇਟ ਹੋਏਗਾ? ਨਹੀਂ, ਬਿਲਕੁਲ ਲੇਟ ਜਾਓ, ਕੋਈ ਪ੍ਰੋਬਲਮ ਹੀ ਨਹੀਂ, ਬਿਲਕੁਲ ਲੇਟੋ। Okay. ਬਿਲਕੁਲ, that's equally good, ਕੋਈ ਐਸਾ ਪ੍ਰੋਬਲਮ ਨਹੀਂ, ਬਿਲਕੁਲ। Okay, then that's fine. ਹਾਂ, ਕਿਉਂਕਿ ਕੋਈ ਵੀ ਐਸਾ ਰਿਜਿਡ ਤਰੀਕਾ ਨਹੀਂ ਹੈਗਾ, ਗੁਰਬਾਣੀ 'ਚ ਕੋਈ ਨਹੀਂ ਹੈ, ਕਿਉਂਕਿ ਇਹ ਅਸੀਂ ਕੋਈ ਰਿਚੁਅਲ ਨਹੀਂ ਕਰ ਰਹੇ ਹਿੰਦੂਇਜ਼ਮ ਦੀਆਂ। ਸਾਡੇ ਤੇ ਇਹ ਹੈ ਕਿ ਬੜਾ ਸਿੱਧਾ ਰਸਤਾ ਸਾਡੇ ਗੁਰੂਆਂ ਨੇ ਦੱਸਿਆ ਹੈ। ਹੋਰ ਕਿਸੇ ਦਾ ਕੋਈ ਕੁਐਸਚਨ ਇਹਦੇ ਬਾਰੇ ਜਾਂ ਹੋਰ ਕੋਈ ਹੋਏ ਤਾਂ ਤੁਸੀਂ ਦੱਸੋ, ਫਿਰ ਨਹੀਂ ਤੇ ਅਸੀਂ ਇਨ ਟਾਈਮ ਖਤਮ ਕਰਦੇ ਹਾਂ। ਅੱਜ ਡੋਲੀ ਜੀ ਕਿਉਂ ਨਹੀਂ ਬੋਲ ਰਿਹਾ? ਭੈਣ ਜੀ ਮੈਂ ਤੇ ਕੀਤਾ ਨਹੀਂ ਜੀ। ਕੋਈ ਗੱਲ ਨਹੀਂ, ਫਿਰ ਕੀ ਹੋ ਗਿਆ, ਅਗਲੀ ਵਾਰ। ਅੱਛਾ, ਅੱਜ ਕਰ ਲੈਣਾ, ਅੱਜ ਬੈਠ ਜਾਣਾ। ਹਾਂਜੀ, ਵਾਹਿਗੁਰੂ ਕਰਵਾ ਲੈਣ। ਹਾਂ ਬਿਲਕੁਲ, ਅੱਜ ਬੈਠ ਜਾਣਾ ਤੁਸੀਂ, ਵਾਹਿਗੁਰੂ ਦੇ ਉਸੇ ਲਈ ਕਰਵਾ ਦਿੰਦੇ ਨੇ ਜਦ ਤੁਸੀਂ ਬੈਠੋ। ਠੀਕ ਹੈ, ਤੁਸੀਂ ਬੈਠੋ ਸਹੀ, ਵਾਹਿਗੁਰੂ ਜੀ ਤੁਹਾਡੇ ਨਾਲ ਹੀ ਆਏ। ਠੀਕ ਹੈ ਜੀ। ਤੁਸੀਂ ਭਾਵੇਂ ਲੇਟ ਜਾਓ ਜਿਵੇਂ ਬੈਠ ਜਾਓ, ਜੋ ਮਰਜ਼ੀ ਕਰੋ। ਕਿਉਂਕਿ ਮੈਂ ਤੇ ਸੌ ਜਾਂਦੀ ਹਾਂ ਉਸ ਵੇਲੇ, ਤੇ ਇਸ ਕਰਕੇ ਮੈਂ ਤੇ ਹੀ ਨਹੀਂ। ਸੋ ਮੇਬੀ ਅੱਜ ਥੋੜਾ ਜਿਹਾ ਆਪਣੇ ਮਨ 'ਚ ਰੱਖ ਕੇ ਖਾਵਾਂਗੇ ਤਾਂ ਫਿਰ ਜਾਗ ਖੁੱਲ ਜਾਂਦੀ ਹੈ ਉਸ ਵੇਲੇ। ਤੁਸੀਂ ਇਸ ਤਰ੍ਹਾਂ ਕਰੋ, ਫਿਰ ਤੁਸੀਂ 10 ਵਜੇ ਤੱਕ ਤੇ ਕਰ ਸਕਦੇ ਹੋ, 10 ਵਜੇ ਤੋਂ ਤੇ ਠੀਕ ਹੈ ਨਾ, ਫਿਰ 10 ਵਜੇ ਬੈਠ ਜਾਓ, ਕੋਈ ਗੱਲ, 10 ਤੋਂ 11 ਬੈਠ ਜਾਓ। ਠੀਕ ਹੈ, ਕੋਈ ਇੰਨੀ ਰਿਜਿਡਿਟੀ ਨਹੀਂ ਹੈਗੀ। ਇਵਨ ਤੁਸੀਂ 1 ਵਜੇ ਤੋਂ ਬਾਅਦ ਵੀ ਬੈਠ ਸਕਦੇ ਹੋ, ਐਸੀ ਗੱਲ ਨਹੀਂ, ਬਟ ਇਸ ਟਾਈਮ ਬੈਠੋ, ਠੀਕ ਹੈ। ਵੈਸੇ ਕੋਈ ਥੋੜੀ ਜਿਹੀ ਖੁੱਲ ਹੈਗੀ ਹੈ, ਕੋਈ ਸਾਡੇ ਰਿਜਿਡਿਟੀ ਹੈ ਹੀ ਨਹੀਂ ਬਾਣੀ ਦੇ ਵਿੱਚ। ਠੀਕ ਹੈ ਜੀ। ਤੁਸੀਂ ਥੋੜਾ ਜਿਹਾ ਪਹਿਲਾਂ ਹੀ ਬੈਠ ਸਕਦੇ ਹੋ, ਥੋੜਾ ਜਿਹਾ ਮਾਰਨਿੰਗ ਵਿੱਚ ਵੀ ਬੈਠ ਸਕਦੇ ਹੋ, ਅੰਮ੍ਰਿਤ ਵੇਲੇ ਵੀ ਬੈਠ ਸਕਦੇ ਹੋ, ਇੱਕੋ ਹੀ ਗੱਲ ਹੈ। ਠੀਕ ਹੈ ਜੀ, ਠੀਕ ਹੈ ਜੀ। ਹਾਂ, ਹੋਰ ਕੋਈ ਸਵਾਲ ਜਿਹੜਾ ਤੁਹਾਡੇ ਪਿਛਲੇ ਜਿਹੜਾ ਲੈਕਚਰ ਉਹਦੇ ਵਾਸਤੇ ਜਾਂ ਅੱਜ ਵਾਲੇ ਵਾਸਤੇ ਕੋਈ ਹੋਵੇ ਤੇ ਦੱਸਣਾ। ਮਤਲਬ Auntie, I just want to share that in general energy is really strong, even if you don't sit at that time. In general, it was very strong yesterday. Yes, ਸਾਰਾ ਬਿਲਕੁਲ ਇਹਦੇ 'ਚ ਕੋਈ ਸ਼ੱਕ ਨਹੀਂ। ਫੁੱਲ ਮੂਨ ਤੇ એનર્ਜੀ ਬੜੀ ਸਟਰੋਂਗ ਹੁੰਦੀ, ਕਿਉਂਕਿ ਦੇਖੋ ਇਹਦੇ ਪ੍ਰੂਫ ਜਿਹੜੇ ਨੇ ਉਹ ਤਾਂ ਬੜੇ ਹੀ ਡਾਇਰੈਕਟ ਹੈਗੇ। ਜਿਹੜਾ ਇਹਦਾ ਡਾਇਰੈਕਟ ਪ੍ਰੂਫ ਹੈ ਉਹ ਤੇ ਹੈਗਾ ਜਵਾਰ ਬਾਟਾ। ਹੁਣ ਉਹਨੂੰ ਤੁਸੀਂ ਨੈਗਲੈਕਟ ਨਹੀਂ ਕਰ ਸਕਦੇ, ਉਹਨੂੰ ਤੁਸੀਂ ਇਗਨੋਰ ਨਹੀਂ ਕਰ ਸਕਦੇ। ਦੂਸਰਾ ਇਹ ਕਿ ਜਦੋਂ ਮੈਂਟਲ ਜਿਹੜੇ ਨੇ ਉਹਦੇ ਤੇ ਅਸਰ ਪੈਂਦਾ ਹੈਗਾ, ਇਹਨੂੰ ਇਗਨੋਰ ਨਹੀਂ ਕਰ ਸਕਦੇ। ਮਤਲਬ these things are scientific. ਕਈ ਚੀਜ਼ਾਂ ਸਾਨੂੰ ਸਾਇੰਟੀਫਿਕਲੀ ਜਿਹੜੀਆਂ ਸਮਝਾਈਆਂ ਜਾਂਦੀਆਂ ਤੁਹਾਡੇ ਮਨ ਤੋਂ ਨਹੀਂ ਜਾਂਦੀਆਂ। ਕਈ ਵਾਰੀ ਜਿਹੜੀਆਂ ਗੁਰਬਾਣੀ ਨਾਲ ਸੀ ਉਹਦੇ ਪੱਕਾ ਸਾਨੂੰ ਵਿਸ਼ਵਾਸ ਨਹੀਂ ਹੁੰਦਾ, ਲੇਕਿਨ ਜੇ ਉਹਨੂੰ ਸਪੋਰਟ ਕਰਦੇ ਸਾਇੰਸ ਫਿਰ ਸਾਡੇ ਅੰਦਰ ਉਹ ਬੈਠ ਜਾਂਦੀ। ਸੋ ਇਹਦਾ ਅਸਰ ਪੂਰਨਮਾਸ਼ੀ ਦਾ ਬਹੁਤ ਹੁੰਦਾ ਹੈਗਾ ਕਿ ਭਾਈ ਵੀਰ ਜੀ ਨੇ ਕਵਿਤਾ ਲਿਖੀ ਨਾ, ਪੁੰਨਿਆਂ ਨੂੰ ਸ਼ੋ ਸਾਗਰ ਉਛਲੇ ਤਾਂ ਗਰਸ਼ਤੀ ਕਰਦਾ। ਤੇ ਮਤਲਬ ਕਿ ਇਹ ਜਿਹੜੀ ਜੇ ਉਹਨਾਂ ਨੇ ਕਵਿਤਾਵਾਂ ਲਿਖੀਆਂ ਨੇ ਤੇ ਇਹਦਾ ਮਤਲਬ ਹੈਗਾ ਕਿ ਇਹ ਸਾਰੇ ਸਾਡੇ ਜਿਹੜੇ ਹੈਗੇ ਨੇ ਸਪਿਰਿਚੁਅਲ ਗੁਰੂ, ਸਪਿਰਿਚੁਅਲ ਆਪਣਾ, ਉਹਨਾਂ ਨੂੰ ਸਾਰਾ ਇਹਨਾਂ ਚੀਜ਼ਾਂ ਉਹਨਾਂ ਨੇ ਸਾਰਾ ਸਟੱਡੀ ਕਰਕੇ ਤਾਂ ਇਹ ਲਿਖਿਆ ਹੈਗਾ। ਸੋ ਇਹ ਇੱਕ ਮਤਲਬ ਇਹ ਚੀਜ਼ ਜਿਹੜੀ ਹੈਗੀ ਇੰਟਰੋਡਿਊਸ ਅਸੀਂ ਕਰ ਰਹੇ ਹਾਂ, ਇਹਦੇ ਨਾਲ ਤੁਸੀਂ ਗਹਿਰਾਈ ਵਿੱਚ ਅੰਦਰ ਚੱਲ ਜਾਓ।
ਹਾਂਜੀ ਹੋਰ ਕੋਈ? ਆਂਟੀ ਤੁਸੀਂ ਬਿਗਨਿੰਗ ਚ ਇੱਕ ਗੁਰਬਾਣੀ ਦੀ ਤੁਕ ਬੋਲੀ ਸੀ, ਆਈ ਵਾਸ ਸਟਿਲ ਡਰਾਈਵਿੰਗ, ਤੇ ਮੈਨੂੰ ਉਹ ਮੈਂ ਫੋਲੋ ਨਹੀਂ ਕੀਤੀ ਸੀ। ਹੋਵੇ ਪਸ਼ੂ ਮਿਲੇ ਚੰਗਿਆਈਆਂ, ਖੜ ਖਾਵੇ ਅੰਮ੍ਰਿਤ ਦੇ, ਨਾਮ ਵਿਹੋਣੇ ਆਦਮੀ ਤ੍ਰਿਗ ਜੀਵਨ ਕਰਮ करे। दूसरी है नरु मरे नर काम ना आवे, पशु मरे 10 काज सवाए। ਹੋਰ ਕੋਈ? ਸੁਰਜੀਤ ਜੀ ਤੁਸੀਂ ਨਹੀਂ ਬੋਲ ਰਿਹਾ। ਹੋਰ ਜੇ ਕੋਈ ਸਵਾਲ ਨਹੀਂ ਹੈਗਾ ਤੇ ਫਿਰ ਅਸੀਂ ਐਂਡ ਕਰੀਏ, ਜੇ ਕੋਈ ਹੈ ਤਾਂ ਦੱਸ ਦਿਓ। ਹਾਂਜੀ ਡਾਲੀ ਜੀ। ਤੁਸੀਂ ਐਮਫੈਸਿਸ ਕੀਤਾ ਨਾ ਅੰਡਰਸਟੈਂਡਿੰਗ ਯੋਰ ਰੋਲ, that is such a important thing, understanding your role, because ਅਸੀਂ ਭੁੱਲ ਜਾਈਦਾ ਜਦੋਂ ਤੁਸੀਂ ਕਹਿੰਦੇ ਕੋਈ ਵੀ ਸਿਚੁਏਸ਼ਨ ਹੋਵੇ। So I think that's very, very important, ki understanding your role and then acting upon it. Yes, ਕਿਉਂਕਿ ਐਕਚੁਅਲੀ ਇਹਦੇ ਵਿੱਚ ਨਾ ਬੜਾ ਇੱਕ ਕਨਫਿਊਜ਼ਨ ਹੈ, ਇਹਦੀ ਕਲੈਰਿਟੀ ਨਹੀਂ ਆਉਂਦੀ। ਹੁਣ ਤੁਹਾਨੂੰ ਦੱਸ ਰਹੀ ਹਾਂ ਵੀ ਕੱਲ ਉਹਨਾਂ ਦਾ ਫੋਨ ਆਇਆ ਤੇ ਮਤਲਬ ਉਹਨਾਂ ਨੇ, ਮੇਰਾ ਭਤੀਜਾ, ਤੇ ਉਹਨਾਂ ਕਿਹਾ ਕਿ ਉਹਨੂੰ ਨਾ ਟਿਊਮਰ ਨਿਕਲਿਆ ਲੰਗ ਦੇ ਵਿੱਚ। ਅੱਛਾ, ਹੁਣ ਉਹ ਲੜਕੀਆਂ ਕਹਿ ਰਹੀਆਂ ਨੇ, बहुत बड़िया नौकरियां थे, वो कह रही ने पता नहीं क्या होता है, पहले तो हमें वो कोविड हो गया, अब पापा को ये हो गया, अब पता नहीं हो क्या रहा है। मैं कहा देखो देयर आर 2 ways ऑफ थिंकिंग कि हो क्यों रहा है, सब गलत हो रहा है। देखो कोविड हुआ, तुम 4 लोगों को कोविड हुआ और सब लोग सेफ हो, जान बच गई। दुनिया को देखो हर घर में क्या हो रहा है। अगर तुम ये देखो, तुम ग्रेटिट्यूड में आओगे, तुम कहोगे अगर लाइफ बच गई तो सब कुछ बच गया। ਹੁਣ ਇਹ ਹੈ ਕਿ ਅਜੇ ਉਹ ਡਿਟੈਕਟ ਹੋਇਆ ਔਰ ਤੁਸੀਂ ਇੰਨੇ ਅੰਦਾਜ਼ੇ ਲਗਾ ਰਹੇ ਆ, ਇਹ ਵੀ ਹੋ ਸਕਦਾ, ਇਹ ਵੀ ਹੋ ਸਕਦਾ, ਐਂਡ ਸਾਰੇ ਨੈਗੇਟਿਵ। ਮੈਂ ਕਿਹਾ ਹੋ ਸਕਦਾ ਹੈ ਉਹ ਮੈਲਿਗਨੈਂਟ ਨਾ ਹੋਏ, ਬਿਨਾਈ ਨਹੀਂ ਹੋਏ, ਕੁਝ ਵੀ ਨਾ ਹੋਏ। ਹੁਣ ਇਸ ਵੇਲੇ ਤੁਹਾਡਾ ਰੋਲ ਕੀ ਬਣਦਾ ਹੈ ਕਿ ਬਜਾਏ ਤੇ ਨੈਗੇਟਿਵ એનર્ਜੀ ਦੇਣ ਦੇ कि अब क्या होगा, अगर ये होगा तो फिर क्या होगा, ये होगा, ਤੁਹਾਡਾ ਰੋਲ ਇਹ ਬਣਦਾ ਹੈ ਕਿ ਇਸ ਸਿਚੁਏਸ਼ਨ ਵਿੱਚ ਹੁਣ ਮੈਂ ਕਰਨਾ ਕੀ। ਠੀਕ ਹੈ, ਜਦੋਂ ਤੁਸੀਂ ਆਪਣਾ ਰੋਲ ਕਰੋਗੇ ਤੇ ਥਿੰਗਸ ਵਿਲ ਫਾਲ ਇਨ ਪਲੇਸ, ਨਹੀਂ ਤਾਂ ਤੁਸੀਂ ਯੂ ਵਿਲ ਬਿਕਮ ਵੀਕ। ਸੋ ਇਹ ਯੂਜੂਅਲੀ ਕੀ ਹੈ। ਅੱਛਾ, ਉਹਨਾਂ ਨੇ ਇੱਕ ਗੱਲ ਕਹੀ कि जो होना होता है वही होता है, तो कहती ने तो फिर हम क्यों कुछ करें, जो होना होता है वही होता है। मैं कहा तुम्हारी भी तो कुछ ड्यूटी है ना, वो तो हमें पता नहीं क्यों होता है, उसकी तो रीजन जो है वो ओनली ही नोज, बट उसने हमारी भी तो ड्यूटी लगाई कि हमारा रोल क्या है इन एवरी सिचुएशन। मैनू तो ਜਦੋਂ ਦਾ एक्सपीरियंस होया ना, इस तरह का मैसेज सी कि in every situation that sentence comes कि you have to play your role, and ਉਹਨੇ ਮੈਨੂੰ ਬੜਾ ਸੁੱਖ ਦਿੱਤਾ। ਉਹਦੇ ਨਾਲ ਕੀ ਹੋਏਗਾ ਕਿ ਹੋਰ ਕੋਈ ਥਾਟ ਹੀ ਨਹੀਂ ਆਉਂਦਾ। I immediately think ਨਾ ਹੁਣ ਇਹ ਮੇਰਾ ਰੋਲ ਕੀ। ਜ਼ਿੰਦਗੀ ਦੇਖੋ ਦੁੱਖ ਸੁੱਖ ਆਉਂਦਾ ਔਰ ਆ ਵੀ ਰਿਹਾ, ਐਸੀ ਗੱਲ ਨਹੀਂ, ਬਹੁਤ ਦੁੱਖ ਆਉਂਦੇ ਨੇ, ਮੈਂ ਐਵੇਂ ਪਿਕਵਾ, ਲੇਕਿਨ ਉਸ ਤਰ੍ਹਾਂ ਦੁੱਖ ਨਹੀਂ ਲੱਗਦਾ ਜਿਸ ਤਰ੍ਹਾਂ ਦੁੱਖ ਤੁਹਾਨੂੰ ਬਿਲਕੁਲ ਵੀਕ ਕਰ ਦਿੰਦਾ। ਦੁੱਖ ਤੁਹਾਨੂੰ ਸਗੋਂ ਸਟਰੈਂਥ ਵਿੱਚ ਲਿਆਂਦਾ ਕਿ ਹੁਣ ਤੁਸੀਂ ਕਰਨਾ ਕੀ ਹੈ, ਤੁਹਾਡਾ ਰੋਲ ਕੀ ਹੈ। ਦੈਟ ਇਜ਼ ਯੋਰ ਧਰਮਾ। ਉਹ ਪਰਮਾਤਮਾ ਦੇ ਹੁਕਮ ਮੰਨਣ ਵਾਲੀ ਗੱਲ ਹੈ, ਉਹ 'ਚ ਉਹਦਾ ਹੁਕਮ ਮੰਨ ਰਿਹਾ। ਜੇ ਅਸੀਂ ਉਹਦਾ ਹੁਕਮ ਇਹ ਹੈ ਕਿ ਅਸੀਂ ਉਹਨੂੰ ਮੰਨ ਕੇ ਫਿਰ ਆਪਣਾ ਰੋਲ ਕੀ ਕਰਨਾ ਹੈ। ਇਹ ਸਾਡੇ ਹਰ ਰੋਜ਼ ਜ਼ਿੰਦਗੀ ਦੇ ਵਿੱਚ ਹਰ ਆਈਟਮ ਤੇ ਇਹ ਜਿਹੜਾ ਨਾ ਗੁਰਬਾਣੀ ਦਾ ਜਿਹੜਾ ਉਹ ਕੰਮ ਆਉਂਦਾ ਹੈ। ਸੋ ਹੋਰ ਜੇ ਕੋਈ ਨਹੀਂ ਤੇ ਫਿਰ ਡੋਲੀ ਜੀ ਫਿਰ ਅਰਦਾਸ ਕਰੀਏ। ਠੀਕ ਹੈ ਜੀ। ਫਸਟ ਆਫ ਆਲ ਥੈਂਕ ਯੂ ਭੈਣ ਜੀ, ਆਪ ਜੀ ਨੇ ਬਹੁਤ ਸੋਹਣਾ ਗੱਲਾਂ ਸਾਨੂੰ ਦੱਸੀਆਂ, ਜੁਗਤੀਆਂ ਦੱਸੀਆਂ। ਤੁਹਾਡੇ ਸਾਰੇ ਪੁਆਇੰਟ ਜਿਹੜੇ ਹੈਗੇ ਨੇ, ਅਸੀਂ ਹੋਪ ਕਰਦੇ ਹਾਂ ਕਿ ਸਾਨੂੰ ਯਾਦ ਰਹਿਣ ਸਾਰੀਆਂ ਗੱਲਾਂ ਜਿਹੜੀਆਂ ਤੁਸੀਂ ਦੱਸੀਆਂ ਨੇ, ਸਾਰੀਆਂ ਗੱਲਾਂ ਤੁਸੀਂ। ਸੋ ਜਿੱਦਾਂ ਤੁਸੀਂ ਪਸ਼ੂ ਮਰੇ
10 ਕਾਜ ਸਵਾਰੇ ਨਰੂ ਮਰੇ ਕਛ ਕਾਮ ਨਾ ਆਵੇ। ਸੋ ਇੱਕ ਇੱਕ ਤੁਕ ਤੋਂ ਅਸੀਂ ਕੁਝ ਸਿੱਖ ਸਕੀਏ ਕਿ ਇਸ ਤਰ੍ਹਾਂ ਹੈਗਾ, ਜੇਕਰ ਅਸੀਂ ਅਵੇਅਰ ਨਹੀਂ, ਕਿ ਜੇ ਅਸੀਂ ਅਵੇਅਰ ਬਣ ਜਾਏ ਤੇ ਅਸੀਂ ਵੀ 10 ਕਾਜ ਸਵਾਰ ਕੇ ਕਿਸੇ ਦਾ ਜਾ ਸਕਦੇ ਹੈਗੇ, ਔਰ ਮੇਬੀ ਐਟਲੀਸਟ ਸਾਡੇ ਵਿੱਚ ਮੋਟੀਵੇਸ਼ਨ ਆਏ। ਤੁਸੀਂ ਯੂ ਡਿਡ ਵੈਰੀ, ਬਹੁਤ ਸੋਹਣਾ ਤੁਸੀਂ ਕਿਹਾ, ਜਿੱਥੇ ਵੀ ਇਨਸਾਨ ਹੈਗਾ ਪ੍ਰੋਗਰੈਸ ਚਾਹੁੰਦਾ, ਭਾਵੇਂ ਦੁਨਿਆਵੀ ਪੱਖੋਂ ਚਾਹਵੇ ਭਾਵੇਂ ਆਤਮਿਕ ਪੱਖੋਂ ਚਾਹਵੇ। ਸੋ ਆਈ ਥਿੰਕ ਸਾਨੂੰ ਸਮਝ ਆ ਜਾਏ ਕਿ ਰੀਅਲ ਪ੍ਰੋਗਰੈਸ ਕੀ ਹੈਗੀ ਸਾਡੇ ਲਈ। ਤੁਹਾਡੇ ਪੁਆਇੰਟਸ ਬਹੁਤ ਬਹੁਤ ਅੱਛੇ ਸੀਗੇ ਤੇ ਬਿਲਕੁਲ ਲੈਟਸ ਹੋਪ ਕਿ ਸਾਡੀ ਵੀ ਜਿਹੜਾ ਤੁਹਾਡਾ ਗਿਆਨ ਜਿਹੜਾ ਸਾਨੂੰ ਤੁਹਾਡੇ ਤੋਂ ਮਿਲ ਰਿਹਾ ਹੈ ਉਹ ਸਾਨੂੰ ਵੀ ਨਵੀਂ ਸੋਚ ਦੇਵੇ। ਤੁਸੀਂ ਕਹਿੰਦੇ ਹੋ ਕਿ ਗਿਆਨ ਨਵੀਂ ਸੋਚ ਦਿੰਦਾ, ਤੇ ਤੁਹਾਡਾ ਗਿਆਨ ਜਿਹੜਾ ਹੈ ਉਹ ਸਾਡੇ ਸਾਰਿਆਂ ਦੀ ਸੋਚ ਨਵੀਂ ਕਰੇ। ਸੋ ਸਾਡੀ ਸਾਰਿਆਂ ਦੀ ਵੀ ਲਿਵ ਲੱਗੇ, ਜਾਂ ਸਾਡੇ ਸਾਰਿਆਂ ਦਾ ਵੀ ਦੇਖਣ ਦਾ ਨਜ਼ਰੀਆ ਤਾਂ ਉਸ ਤਰ੍ਹਾਂ ਬਣ ਸਕੇ ਜਿਸ ਤਰ੍ਹਾਂ ਦਾ ਤੁਹਾਡਾ ਬਣਿਆ ਹੋਇਆ, ਜਿੱਦਾਂ ਵਾਹਿਗੁਰੂ ਨੇ ਤੁਹਾਡਾ ਬਣਾਇਆ। ਐਂਡ ਆਪਨੇ ਬਹੁਤ ਬਹੁਤ ਸੋਹਣਾ ਦੱਸਿਆ ਕਿ ਸਭ ਦੇ ਅੰਦਰ ਡਰ ਹੈਗਾ, ਡਿਫਰੈਂਟ ਟਾਈਪ ਦਾ ਡਰ ਹੈਗਾ, ਪਰ ਜੇ ਸੋਚਣ ਦਾ ਤਰੀਕਾ ਬਦਲ ਜਾਏਗਾ ਤੇ ਫਿਰ ਉਹ ਡਰ ਜਿਹੜਾ ਹੈਗਾ ਉਹ ਫੇਥ ਵਿੱਚ ਬਦਲ ਜਾਏਗਾ। ਸੋ ਬਹੁਤ ਸੋਹਣਾ ਭੈਣ ਜੀ ਆਪ ਜੀ ਨੇ ਦੱਸਿਆ, ਵੈਰੀ ਨਾਈਸ, ਵੈਰੀ ਹੈਲਪਫੁਲ ਟੂ ਆਲ ਆਫ ਅਸ ਜੀ। ਥੈਂਕ ਯੂ ਸੋ ਮਚ ਜੀ। ਤੇ ਫਿਰ ਹੁਣ ਅਸੀਂ ਅਰਦਾਸ ਕਰ ਲੈਂਦੇ ਹਾਂ। ਹਾਂਜੀ, ਥੈਂਕ ਯੂ ਸਾਰੀ ਸੰਗਤ ਦਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਬੜੇ ਧਿਆਨ ਨਾਲ ਸੁਣਿਆ ਹੈਗਾ ਹੈ। ਔਰ ਮੇਰੇ ਕੋਲੋਂ ਵੀ ਕਈ ਵਿੱਚ ਗਲਤੀਆਂ ਵੀ ਹੋ ਜਾਂਦੀਆਂ ਨੇ, ਉਹਦੇ ਵਾਸਤੇ ਮੈਂ ਵਾਹਿਗੁਰੂ ਕੋਲੋਂ ਜੋ ਹੈ ਨਾ ਸ਼ਕਤੀ ਮੰਗਣੀ ਆ, ਮੈਨੂੰ ਠੀਕ ਜਿਹੜਾ ਸੋਚਣ ਦੀ ਸ਼ਕਤੀ ਦੇ। ਸਾਰੀ ਸੰਗਤ ਦਾ ਫਿਰ ਧੰਨਵਾਦ ਹੈ। ਥੈਂਕ ਯੂ। ਓਕੇ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਿ ਸ੍ਰੀ ਅਕਾਲ। ਪੁਰਖ ਜੀ ਦਾ ਧਿਆਨ ਕਰਕੇ ਬੋਲਣਾ ਜੀ। ਵਾਹਿਗੁਰੂ। ਇਹ ਨਿਰੰਕਾਰ ਸਰੂਪ ਸੱਚੇ ਪਿਤਾ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧੰਨ ਧੰਨ ਦਸਾਂ ਪਾਤਸ਼ਾਹਾਂ ਦੇ ਆਤਮਿਕ ਸਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦਾ ਕੋਟਾਨ ਕੋਟਾਨ ਸ਼ੁਕਰਾਨਾ ਹੈ। ਦਾਤਾਰ ਪਿਤਾ ਜੀ, ਆਪ ਜੀ ਨੇ ਆਪਣੇ ਬੱਚਿਆਂ ਤੇ ਕਿਰਪਾ ਦਾ ਹੱਥ ਰੱਖਿਆ। ਆਪ ਜੀ ਨੇ ਆਪਣੇ ਬੱਚਿਆਂ ਨੂੰ ਸੰਗਤੀ ਤੌਰ ਤੇ ਇਕੱਠਾ ਕੀਤਾ। ਆਪ ਜੀ ਨੇ ਵਿਚਾਰ, ਆਪ ਦੇ ਨਾਲ ਜੁੜਨ ਦੀਆਂ ਜੁਗਤੀਆਂ ਬਾਰੇ ਵਿਚਾਰ ਕਰਵਾਈ। ਸੱਚੇ ਪਿਤਾ ਵਾਹਿਗੁਰੂ ਜੀ, ਅਰਦਾਸ ਬੇਨਤੀ ਹੈ ਕੀਤੀ ਹੋਈ ਸਾਰੀ ਵਿਚਾਰ ਜਿਹੜੀ ਹੈਗੀ ਸਾਡੇ ਅੰਦਰ ਦਾ ਹਿੱਸਾ ਬਣੇ। ਜੋ ਆਪ ਜੀ ਨੇ ਮਾਰਗ ਦੱਸਿਆ ਹੋਇਆ ਸਾਨੂੰ ਗੁਰਸਿੱਖਾਂ ਵਾਲਾ ਤੁਰਨ ਲਈ, ਉਹਦੇ ਲਈ ਆਪ ਜੀ ਸਾਨੂੰ ਪ੍ਰੇਰਣਾ ਬਖਸ਼ੋ, ਆਪ ਹੀ ਹਿੰਮਤ ਬਖਸ਼ੋ, ਆਪ ਹੀ ਸੁਮਤ ਬਖਸ਼ੋ, ਵਿਵੇਕ ਮੁਖ ਬਖਸ਼ੋ, ਤੇ ਆਪ ਹੀ ਉਸ ਮਾਰਗ ਤੇ ਤੋਰੋ। ਸੱਚੇ ਪਿਤਾ ਵਾਹਿਗੁਰੂ ਜੀਓ, ਅਰਦਾਸ ਬੇਨਤੀ ਹੈ ਅੱਗੇ ਤੋਂ ਵੀ ਸਾਨੂੰ ਸੰਗਤਾਂ ਦੇ ਚਰਨਾਂ ਦੀ ਧੂੜ ਬਖਸ਼ਦੇ ਰਹਿਣਾ। ਸੱਚੇ ਪਿਤਾ ਵਾਹਿਗੁਰੂ ਜੀਓ, ਸਾਰੇ ਸੰਸਾਰ ਵਿੱਚ ਸੁਖ ਸ਼ਾਂਤੀ ਵਰਤਾਓ, ਕਿਸਾਨ ਪਰਿਵਾਰਾਂ ਦੇ ਅੰਗ ਸੰਗ ਸਹਾਈ ਹੋ, ਸਾਰੀ ਸੰਗਤ ਦੇ ਸਿਰ ਤੇ ਕਿਰਪਾ ਭਰਿਆ ਹੱਥ ਰੱਖ ਕੇ ਸਾਰਿਆਂ ਨੂੰ ਸਿਹਤ ਦਾਨ ਬਖਸ਼ੋ, ਅਰੋਗਤਾ ਬਖਸ਼ੋ, ਸਾਰਿਆਂ ਦੇ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਵਰਤਾਓ। ਸੱਚੇ ਪਿਤਾ ਵਾਹਿਗੁਰੂ ਜੀਓ, ਅਤੇ ਸਾਡੀ ਲਗਨ, ਸਾਡੀ ਲੀਨਤਾ ਆਪ ਆਪਣੀ ਬਾਣੀ ਦੇ ਨਾਲ, ਆਪਣੇ ਚਰਨਾਂ ਦੇ ਨਾਲ, ਆਪਣੇ ਗੁਰਸਿੱਖਾਂ ਦੀ ਪ੍ਰੀਤ ਦੇ ਨਾਲ ਬਣਾਈ ਰੱਖੋ। ਸੱਚੇ ਪਿਤਾ ਵਾਹਿਗੁਰੂ ਜੀ, ਉਹ ਸੋਈ ਗੁਰਮੁਖ ਪਿਆਰਿਆਂ ਨੂੰ ਮਿਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਸਵਾਸ ਸਵਾਸ ਚਿੱਤਾਂ ਵਿੱਚ ਸੁਖ ਹੋਵੇ। ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਸੰਗਤ ਜੀ, ਮੈਂ ਆਪ ਜੀ ਨੂੰ ਦੱਸਣਾ ਸੀਗਾ, ਉਹ ਲਾਸਟ ਟਾਈਮ ਆਪਣੀ ਕਲਾਸ ਹੋਈ